ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਬੇਟੇ ਮਾਰ ਚੜ੍ਹਦੀਆਂ ਕਰੇ ਨਾਮ ਦਾ ਮਿਲਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 1367 ਅੰਗ ਤੋਂ 62ਵਾਂ ਜਿਹੜਾ ਹੈਗਾ ਕਬੀਰ ਜੀ ਦਾ ਜਿਹੜਾ ਹੈਗਾ ਸ਼ਲੋਕ ਕਬੀਰ ਜੀ ਦੇ ਲੈ ਰਹੇ ਹਾਂ ਆਪਾਂ 62ਵਾਂ 62 ਅੰਗ ਜਿਹੜਾ ਹੈਗਾ 1367 ਇੱਥੋਂ ਸ਼ੁਰੂ ਕਰ ਰਹੇ हैं जी। कबीर ना हम किया ना करेंगे ना कर सके शरीर, क्या जानो किछ हर किया पयो कबीर कबीर। कबीर जी कहते आ कि ਆਪਣੇ ਜੀਵਨ ਦੇ ਬਾਰੇ ਕਬੀਰ ਜੀ ਦੱਸ ਰਹੇ ਆ ਕਿ ਭਾਈ ਆ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਿਹੜੀ ਹੈਗੀ ਆ ਲੋਕੀ ਜਿਹੜੇ ਹੈਗੇ ਆ ਇਹ ਮੇਰੇ ਕਬੀਰ ਜੀ ਦਾ ਰਿਸਪੈਕਟ ਕਰ ਰਹੇ ਆ। ਔਰ ਆ ਜਿਹੜਾ ਹੈਗਾ ਕਿਉਂ ਕਰ ਰਹੇ, ਕਿਉਂਕਿ ਜਿਹੜਾ ਹੈਗਾ ਉਹਨਾਂ ਦੇ ਜੀਵਨ ਤੋਂ ਖੁਸ਼ਬੂ ਆ ਰਹੀ ਹੈ, ਗੁਣ ਆ ਰਿਹਾ, ਗੁਣਾਂ ਦੀ ਖੁਸ਼ਬੂ ਆ ਰਹੀ ਹੈ ਉਹਨਾਂ ਦੇ ਜੀਵਨ ਤੋਂ। ਕਹਿੰਦੇ ਜਿਹੜਾ ਕਬੀਰ ਕਬੀਰ ਹੋ ਗਿਆ ਭਾਈ, ਇਹਦੇ ਵਿੱਚ ਤਾਂ ਮੈਂ ਤਾਂ ਕੁਛ ਕੀਤਾ ਹੀ ਨਹੀਂ ਆ। ਨਾ ਕਬੀਰ ਨਾ ਹਮ ਕੀਆ, ਕਹਿੰਦੇ ਮੈਂ ਕੁਛ ਨਹੀਂ ਕੀਤਾ ਭਾਈ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਆ, ਇਹ ਪੰਜ ਫੌਜ ਹੈਗੀ ਆ। ਔਰ ਇਹ ਜਿਹੜੇ ਹੈਗੇ ਫਾਹੀਵਾਲ ਜਿਹੜੇ ਹੈਗੇ ਆ 50 ਕੱਲਾ ਇੱਕ ਜੀਓ ਹੈਗਾ ਮੇਰਾ ਤੇ ਫਾਹੀਵਾਲ 50 ਹੈਗੇ। ਕਹਿੰਦੇ ਇਹਨਾਂ ਤੋਂ ਛੁਟਕਾਰਾ ਜਿਹੜਾ ਹੈਗਾ ਮੈਂ ਨਹੀਂ ਪਾਈ, ਮੈਂ ਨਹੀਂ ਕੁਛ ਕੀਤਾ। ਨਾ ਹਮ ਕੀਆ ਨਾ ਕरेंगे, ਨਾ ਮੈਂ ਕਰ ਸਕਦਾ ਹਾਂ। ਨਾ ਹਮ ਕੀਆ ਨਾ ਗਾਹਾਂ ਵੀ ਨਹੀਂ ਕरेंगे, ਨਾ ਅਸੀਂ ਕਰ ਸਕਦੇ ਹਾਂ। ਕਹਿੰਦੇ ਨਾ ਕਰ ਸਕੇ ਸਰੀਰ, ਕਹਿੰਦੇ ਸਰੀਰ ਕੁਛ ਨਹੀਂ ਕਰ ਸਕਦਾ, ਨਾ ਅਸੀਂ ਕੁਛ ਕਰ ਸਕਦੇ ਹਾਂ। ਇਹ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਜਿਹਨੇ ਮਾਇਆ ਪਾਈ ਹੋਈ ਆ ਉਸੇ ਨੇ ਹਟਾਉਣੀ ਆ। ਕਿਆ ਜਾਣੋ ਕਿਛ ਹਰ ਕੀਆ ਪਇਓ ਕਬੀਰ ਕਬੀਰ। ਮੈਨੂੰ ਕੀ ਪਤਾ, ਕਹਿੰਦੇ ਮੈਨੂੰ ਕੀ ਪਤਾ। ਉਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇੱਕ ਚਿੜੀ ਜਿਹੜੀ ਹੈਗੀ ਆ ਜੰਗਲ ਦੀ ਅੱਗ ਬੁਝਾਉਣ ਨੂੰ ਤੁਰ ਪਈ ਤੇ ਮਾਲਕ ਪਰਮਾਤਮਾ ਨੇ ਚਮਤਕਾਰ ਕਰ ਦਿੱਤਾ। ਕਹਿੰਦੇ ਮੈਂ ਨਹੀਂ ਕੁਛ ਕਰ ਸਕਦਾ, ਨਾ ਮੈਂ ਕੀਤਾ ਹੈਗਾ, ਨਾ ਮੈਂ ਗਾਹਾਂ ਕਰ ਸਕੂੰਗਾ। ਬਸ ਇਹ ਜਿਹੜਾ ਹੈਗਾ ਇਹ ਸੋਭਾ ਜਿਹੜੀ ਹੋਈ ਆ ਇਹ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ, ਮਾਲਕ ਪਰਮਾਤਮਾ ਦੀ ਮਿਹਰ ਹੈਗੀ ਆ ਮੇਰੇ ਉੱਤੇ। ਨਹੀਂ ਤਾਂ ਇਹ ਕਾਠ ਦੀ ਪੁਤਲੀ ਇਹ ਕੀ ਕਰ ਸਕਦੀ ਹੈ ਵਿਚਾਰੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਬੀਰ ਜੀ ਇਹ ਸਮਝਾ ਰਹੇ ਨੇ ਸਾਧ ਸੰਗਤ ਜੀ, ਕਹਿੰਦੇ ਕਿ ਮੇਰੇ ਵੱਸ ਦੀ ਗੱਲ ਨਹੀਂ ਆ। ਹਾਂ, ਮੈਂ ਨਹੀਂ ਕੀਤਾ, ਇਹ ਤੇ ਕਿਸੇ ਅਦ੍ਰਿਸ਼ ਸ਼ਕਤੀ ਨੇ ਹੀ ਇਹ ਕਮਾਲ ਕੀਤਾ। ਦੇਖੋ ਪਤਾ ਕੀ ਹੈ, ਸੁਕਰਾਤ ਜੀ ਜਦੋਂ ਸੁਕਰਾਤ ਜਵਾਨ ਹੁੰਦਾ ਸੀ ਨਾ ਤੇ ਕਹਿੰਦਾ ਸੀ ਕਿ ਮੈਨੂੰ ਬਹੁਤ ਕੁਝ ਪਤਾ ਹੈ, ਬਹੁਤ ਤਿੱਖੀ ਬੁੱਧੀ ਸੀ। ਹੂੰ। ਤੇ
ਉਹ ਇਹ ਕਲੇਮ ਕਰਦਾ ਸੀ ਕਿ ਮੈਨੂੰ ਬਹੁਤ ਕੁਝ ਪਤਾ। ਜਿਵੇਂ ਜਿਵੇਂ ਉਹ ਅੱਗੇ ਵਧਿਆ ਜ਼ਿੰਦਗੀ 'ਚੋਂ, ਬੰਦਾ ਅੱਗੇ ਸਿਆਣਾ ਹੁੰਦਾ, ਉਮਰ ਵੱਧਦੀ ਹੈ, ਬੰਦੇ ਦੀ ਨਾ ਬੜੀਆਂ ਚੀਜ਼ਾਂ ਜਿਹੜੀਆਂ, ਦੇਖੋ ਤੁਹਾਡੀ ਜ਼ਿੰਦਗੀ ਬਦਲਦੀ ਹੈ। ਤੁਸੀਂ ਨਾ ਜਿਹੜੀਆਂ ਚੀਜ਼ਾਂ ਤੁਸੀਂ ਹੁਣ ਪਸੰਦ ਕਰਦੇ ਜੋ ਨਾ, ਇੱਕ ਸਮਾਂ ਆਊਗਾ ਨਿੱਜਾ ਸਾਹਿਬ ਤੁਹਾਡੀ ਪਸੰਦ ਨਾ ਪਸੰਦ ਬਦਲ ਸਕਦੀ ਹੈ। ਬਿਲਕੁਲ ਬਦਲ ਜਾਂਦੀ ਹੈ ਜਾਣੀ ਹੈ। ਹਾਂ, ਬਦਲ ਜਾਂਦੀ ਹੈ। ਹਾਂ, ਜਿਹੜੀ ਚੀਜ਼ ਤੁਹਾਨੂੰ ਪਹਿਲਾਂ ਬੜੀ ਚੰਗੀ ਲੱਗਦੀ ਸੀ, ਅੱਜ ਵੇਖੋ ਉਹਨਾਂ ਚੀਜ਼ਾਂ ਦੇ ਮਾਇਨੇ ਬਦਲ ਗਏ। ਜ਼ਰੂਰੀ ਨਹੀਂ ਹੈ ਕਿ ਤੁਸੀਂ ਜੋ ਚੀਜ਼ ਪਹਿਲਾਂ ਪਸੰਦ ਕਰਦੇ ਤੁਸੀਂ ਹੁਣ ਵੀ ਕਰੋ, ਜਾਂ ਜਿਸ ਚੀਜ਼ ਨੂੰ ਤੁਸੀਂ ਪਹਿਲਾਂ ਨਫ਼ਰਤ ਕਰਦੇ ਸੀ ਤੁਸੀਂ ਹੁਣ ਵੀ ਨਫ਼ਰਤ ਕਰੋ। ਇੱਕ ਜੀਵਨ ਏਦਾਂ ਦਾ ਹੀ ਇੱਕ ਹੈ ਸਿਸਟਮ। ਆਪਾਂ ਜਿਵੇਂ ਜਿਵੇਂ ਚੱਲਦੇ ਹਾਂ ਸਾਡੇ ਜੀਵਨ ਦੇ ਵਿੱਚ ਬੜਾ ਪਰਿਵਰਤਨ ਆਉਂਦਾ, ਜਦ ਕਿ ਸਾਨੂੰ ਕਿਸੇ ਨੇ ਸਮਝਾਇਆ ਨਹੀਂ ਹੈ ਕਿ ਚੀਜ਼ ਨੂੰ ਛੱਡ ਜਾਂ ਨਾ ਛੱਡ, ਪਰ ਆਪਣੇ ਆਪ ਹੀ ਉਹ ਚੀਜ਼ ਸਾਡੇ ਅੰਦਰ ਬਦਲਦੀ ਹੈ। ਹੁਣ ਇੱਥੇ ਉਹ ਸ਼ੁਕਰਾਜ ਜੀ ਜਦੋਂ ਕਹਿੰਦੇ ਕਿ ਆਖਰੀ ਸਮਾਂ ਆਇਆ, ਤੇ ਉਹ ਕਹਿੰਦੇ ਕਿ ਬਈ ਮੇਰੇ ਵਰਗਾ ਦੁਨੀਆ ਤੇ ਅਗਿਆਨੀ ਮਨੁੱਖ ਕੋਈ ਨਹੀਂ ਹੈਗਾ। ਦੇਖੋ ਉਹ ਇੱਕ ਇੰਨਾ ਦਾਰਸ਼ਨਿਕ, ਉਹ ਐਸਾ ਬੰਦਾ ਸੀ ਇੱਕ ਜਿਸਨੇ ਬਹੁਤ ਚੰਗੀ ਜ਼ਬਰਦਸਤ ਸਿੱਖਿਆ ਦਿੱਤੀ, ਲੋਕਾਂ ਨੂੰ ਸਮਝਾਇਆ, ਗਿਆਨ ਦਿੱਤਾ, ਮੂਰਤੀਵਾਦ ਤੋਂ ਮੁਕਤ ਕੀਤਾ। ਕਿਉਂਕਿ ਉਦੋਂ ਮੂਰਤੀ ਦੀ ਬਹੁਤ ਪੂਜਾ ਹੁੰਦੀ ਸੀ। ਜਿੱਦਾਂ ਆਪਣੇ ਦੇਸ਼ਾਂ 'ਚ ਮੂਰਤੀ ਦੀ ਪੂਜਾ ਹੁੰਦੀ ਨਾ, ਇੱਥੇ ਦੇ ਵਿੱਚ ਵੀ ਮੂਰਤੀਆਂ ਦੀ ਬਹੁਤ ਪੂਜਾ। ਉਹ ਕੀ ਕਰਦੇ ਸੀ ਕਿ ਉਹਨਾਂ ਦੇ ਦੇਵਤਿਆਂ ਦੇ ਬਣਾ ਕੇ, ਜਿੱਦਾਂ ਇਜਿਪਟ ਦੇ ਵਿੱਚ ਵੇਖੋ ਇਹਨਾਂ ਦੇ ਵੀ ਨਿੱਜਾ ਸਾਹਿਬ, ਇਹਨਾਂ ਦੇ ਇਜਿਪਸ਼ੀਅਨ ਲੋਕਾਂ ਦੇ ਮੂਰਤੀ ਪੂਜਾ ਬਹੁਤ ਸੀ। ਇਹ ਲੋਕ ਕਹਿੰਦੇ ਸੀ ਅਸੀਂ ਗੋਡ ਹੈਗੇ ਆ, ਰੱਬ ਹੈਗੇ ਆ, ਠੀਕ ਹੈ। ਤਾਂ ਉਹ ਉੱਥੇ ਵੇਖੋ ਉਹਨਾਂ ਨੇ ਫਿਰ ਕਿਹਾ ਕਿ ਮੈਨੂੰ ਨਹੀਂ ਪਤਾ, ਮੈਨੂੰ ਕੁਛ ਵੀ ਨਹੀਂ ਪਤਾ। ਜਿਵੇਂ ਜਿਵੇਂ ਤੁਹਾਡਾ ਜੀਵਨ ਅੱਗੇ ਵਧੇਗਾ ਨਾ, ਤੇ ਤੁਹਾਡਾ ਜਿਹੜਾ ਨਜ਼ਰੀਆ ਹੈ ਸੰਸਾਰ ਨੂੰ ਜਾਣਨ ਦਾ ਜਾਂ ਆਪਣੀ ਜਾਣਕਾਰੀ ਦੇ ਪ੍ਰਤੀ, ਤੁਸੀਂ ਇੱਕ ਸਮਾਂ ਆਊਗਾ ਤੁਸੀਂ ਖੁਦ ਇਹ ਚੀਜ਼ ਨੂੰ ਐਕਸੈਪਟ ਕਰ ਲੈਣਾ ਕਿ ਨਹੀਂ ਮੈਨੂੰ ਜ਼ਿਆਦਾ ਨਹੀਂ ਪਤਾ, ਮੈਨੂੰ ਨਹੀਂ ਪਤਾ। ਕੋਈ ਚੀਜ਼ਾਂ ਜਿਹੜੀਆਂ ਮੇਰੇ ਜੀਵਨ 'ਚ ਵਾਪਰੀਆਂ ਨੇ ਉਹ ਮੇਰੀ ਅਕਲ ਕਰਕੇ ਨਹੀਂ ਵਾਪਰੀਆਂ, ਨਾ ਮੇਰੀ ਸਿਆਣਪ ਕਰਕੇ ਵਾਪਰੀਆਂ ਨੇ। ਤੁਸੀਂ ਕਹਿੰਦੇ ਲੱਲੂ ਕਰੇ ਕਬੱਲੀਆਂ ਤੇ ਰੱਬ ਸਿੱਧੀਆਂ ਪਾਵੇ। ਨਿੱਜਾ ਸਾਹਿਬ ਕਈ ਵਾਰੀ ਲੱਲੂ ਬੰਦੇ ਹੁੰਦੇ ਨੇ ਤੇ ਵੇਖੋ ਕਬੱਲੀਆਂ ਕਰਦੇ ਤੇ ਉਹਨਾਂ ਦਾ ਕੰਮ ਰੋਕ ਆ ਜਾਂਦਾ। ਕਈ ਵਾਰੀ ਬੜੇ ਪੜ੍ਹੇ ਲਿਖੇ ਤੇ ਬੜੀ ਸਿਆਣਪ ਦੇ ਨਾਲ ਕੰਮ ਸ਼ੁਰੂ ਕਰਦੇ ਨੇ, ਉਹ ਕਾਮਯਾਬ ਹੀ ਨਹੀਂ ਹੁੰਦੇ। ਬਿਲਕੁਲ। ਔਰ ਦੇਖੋ ਗੋਰਖੀ ਸਾਹਿਬ, ਚੌਥੀ ਪਾਤਸ਼ਾਹੀ ਜਿਹੜੀ ਹੈਗੀ ਆ, ਉਹ ਵੀ ਕਹਿੰਦੇ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ, ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ। ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ। ਦੇਖੋ ਕੀ ਕਹਿ ਰਹੀ ਹੈ ਚੌਥੀ ਪਾਤਸ਼ਾਹੀ। ਹਾਂ ਦੇਖੋ, ਮੈਂ ਮੂਰਖ ਹਾਂ। ਬਾਣੀ ਦੇ ਵਿੱਚ ਨਿੱਜਰ ਸਾਹਿਬ ਇਸੇ ਹੀ ਤਰ੍ਹਾਂ ਨੇ ਉਹਨਾਂ ਨੇ ਵਿਚਾਰ ਕੀਤੀ ਹੈ, ਤੇ ਉਹ ਪਰਮਾਤਮਾ ਦੇ ਸਾਹਮਣੇ ਆਪਾਂ ਕੋਈ ਕਲੇਮ ਨਹੀਂ ਕਰ ਸਕਦੇ। ਠੀਕ ਹੈ ਜੀ ਸਾਧ ਸੰਗਤ ਜੀ। ਅੱਛਾ, ਹੁਣ ਇੱਥੇ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਮੈਂ ਨਹੀਂ ਕੁਝ ਕੀਤਾ ਤੇ ਨਾ ਮੈਂ ਕੋਈ ਕਰ ਸਕਦਾ। ਜਿਹੜਾ ਮੇਰਾ ਇੰਨਾ ਜਸ ਹੋ ਗਿਆ ਜਾਂ ਕੁਝ ਵੀ ਮੇਰੀ ਸੋਭਾ ਵਧੀ ਆ ਤੇ ਉਹ ਮਾਨ ਸਨਮਾਨ ਮਿਲਿਆ, ਇਹ ਕਿਸੇ ਸ਼ਕਤੀ ਨੇ ਦਵਾਤਾ ਮੈਨੂੰ। ਠੀਕ ਹੈ ਨਿੱਜਰ ਸਾਹਿਬ। ਬਿਲਕੁਲ। ਨਾ ਮੇਰਾ ਸਰੀਰ ਕੁਝ ਕਰ ਸਕਦਾ ਹੈ, ਸਰੀਰ ਦੀ ਵੀ ਗੱਲ ਕਹਿ ਰਹੇ। ਹਾਂ ਨਿੱਜਰ ਸਾਹਿਬ ਕਿੱਥੋਂ ਕਰ ਸਕਦੇ ਆ ਨਾ। ਉਹ ਫਿਰ ਉਹ ਇੱਥੋਂ ਹੀ ਬੰਦੇ ਦੀ ਸੋਚ ਦਾ ਪਤਾ ਲੱਗਦਾ ਕਿ ਕਿਹੜਾ ਬੰਦਾ ਕਿੱਥੇ ਬੈਠਾ। ਇੱਕ ਇੰਨਾ ਗ੍ਰੰਥ ਲਿਖਿਆ, ਇੰਨੀ ਬਾਣੀ ਲਿਖੀ ਗੁਰੂ ਗ੍ਰੰਥ ਸਾਹਿਬ 'ਚ। ਵੇਖੋ ਕਬੀਰ ਸਾਹਿਬ ਦੀ ਕਿੰਨੀ ਬਾਣੀ। ਕਬੀਰ ਸਾਹਿਬ ਦਾ ਆਪਣਾ ਗ੍ਰੰਥ ਬਹੁਤ ਤਕੜਾ ਹੈ ਜੀ, ਬਹੁਤ ਤਕੜਾ ਹੈ। ਕਬੀਰ ਦੋਹਾਵਲੀ ਕਬੀਰ ਜੀ ਦੇ ਜਿਹੜਾ ਗ੍ਰੰਥ ਹੈਗਾ, ਉਹ ਤਾਂ ਬਹੁਤ ਗਿਆਨ ਦਿੱਤਾ ਕਬੀਰ ਜੀ ਨੇ, ਬਹੁਤ। ਹੁਣ ਮੈਂ ਨਿੱਜਾ ਸਾਹਿਬ ਜਿਹੜੀ ਆਤਮ ਗਿਆਨ ਕਿਤਾਬ ਮੈਂ ਲਿਖੀ, ਮੈਨੂੰ 2.5-3 ਸਾਲ ਲੱਗ ਗਏ। ਇੱਕ ਨਿੱਕੀ ਜਿਹੀ ਕਿਤਾਬ ਹੈ, 225 ਪੇਜ ਦੀ ਕਿਤਾਬ, ਸਿੰਪਲੀ ਭਾਸ਼ਾ 'ਚ। ਆਪ ਜਸਟ ਦੇਖੋ ਕਿ ਜਦੋਂ ਆਪਾਂ ਕਿ ਕਿਤਾਬ ਨੂੰ ਲਿਖਦੇ ਹਾਂ ਕਿੰਨਾ ਸਮਾਂ ਲੱਗਦਾ ਲਿਖਣ ਲਈ। ਬਹੁਤ ਟਾਈਮ ਲੱਗਦਾ ਨਿੱਜਾ ਸਾਹਿਬ ਲਿਖਣਾ, ਕਿ ਜਿਹਨੂੰ ਪ੍ਰੋਡਿਊਸ ਕਰ ਦੇਣੀ ਉਹ ਕਾਫੀ ਜ਼ਿਆਦਾ ਸਮਾਂ। ਤੇ ਆਪ ਜਸਟ ਦੇਖੋ ਜਿਨ੍ਹਾਂ ਨੇ ਇੰਨੀ ਬਾਣੀ ਦਾ ਉਚਾਰਨ ਕੀਤਾ, ਫਿਰ ਇੰਨੀ ਬਾਣੀ ਲਿਖੀ ਹੈ। ਔਰ ਜਸਟ ਸੋਚੋ ਕਿ ਉਹਨਾਂ ਸ਼ਖਸੀਅਤਾਂ ਦਾ ਕੈਸਾ ਜੀਵਨ ਹੋਊਗਾ, ਕਿੰਨਾ ਜ਼ਿਆਦਾ ਟਾਈਮ ਇਸ ਚੀਜ਼ ਨੂੰ ਦਿੱਤਾ ਹੋਊਗਾ ਉਹਨਾਂ ਨੇ। ਠੀਕ ਹੈ ਜੀ। ਠੀਕ ਹੈ ਨਿੱਜਾ ਸਾਹਿਬ, ਅੱਗੇ ਚਲੀਏ। ਹਾਂ ਵੀਰ ਜੀ, ਮੈਂ 1 ਮਿੰਟ ਲੈਣਾ ਜੀ। ਹਾਂਜੀ ਹਾਂਜੀ। ਇਹ ਜਿਹੜਾ ਸ਼ਲੋਕ ਹੈ ਨਾ ਵੀਰ ਜੀ, ਇਹਦੇ ਨਾਲ ਇੱਕ ਬੜੀ ਕਥਾ ਪ੍ਰਚਲਿਤ ਹੈ ਕਬੀਰ ਸਾਹਿਬ ਦੇ ਜੀਵਨ ਤੇ। ਜਦੋਂ ਇਹ ਕਹਿੰਦੇ ਸ਼ਲੋਕ ਜਾ ਰਿਹਾ, ਉਹ ਲੱਗਦਾ ਵੀ ਇਹ ਵੀ ਯਥਾਰਥ ਦੇ ਨੇੜੇ ਹੈ। ਉਹਦੇ ਚ ਕੀ ਸੀ ਕਿ ਉਹ ਕਬੀਰ ਸਾਹਿਬ ਨਾ ਜਦ ਭਗਤੀ ਕਰਦੇ ਸੀ ਤੇ ਉਹ ਲੋਕ ਨਾ ਪਰੇਸ਼ਾਨ ਬਹੁਤ ਕਰਦੇ ਸੀ, ਆ ਕੇ ਬੈਠੇ ਰਹਿੰਦੇ ਸੀ, ਮੇਰਾ ਆਹ ਕੰਮ ਕਰ ਦਿਓ ਜੀ, ਮੇਰੀ ਆਹ ਅਰਦਾਸ ਕਰ ਦਿਓ ਜੀ, ਮੈਨੂੰ ਏਦਾਂ ਕਰ ਦਿਓ ਜੀ। ਉਹ ਪਰੇਸ਼ਾਨ ਹੋ ਗਏ ਕਾਫੀ। ਉਹ ਕਹਿੰਦੇ ਜੀ ਜਦੋਂ ਪਰੇਸ਼ਾਨ ਹੋ ਗਏ
ਫਿਰ ਉਹਨਾਂ ਨੇ ਨਾ ਇੱਕ ਉਹ ਤਮਾਸ਼ਾ ਜਿਹਾ ਇੱਕ ਰਚਿਆ ਉਹਨਾਂ ਨੇ, ਉਹ ਕਿਸੇ ਸ਼ਰਾਬੀ ਦੇ ਮੋਢੇ ਤੇ ਨਾ ਰੱਖ ਕੇ ਬਾਂਹ ਤੇ ਉਹ ਲਲਕਰੇਕ ਤੋਂ ਮਾਰ ਕੇ ਲੰਘ ਗਏ ਉੱਥੋਂ ਵੀ ਕਹਿੰਦੇ। ਤੇ ਉਹ ਲੋਕ ਮਤਲਬ ਗਾਲਾਂ ਕੱਢਣ ਲੱਗ ਗਏ। ਕਈ ਚਾਹੁੰਦੇ ਸੀ ਉਹ ਵੀ ਨਿੰਦੋ ਨਿੰਦੋ ਲੋਕ ਮੁਝੇ ਨਿੰਦੋ। ਉਹ ਜਦੋਂ ਕਹਿੰਦੇ ਜੀ ਲੋਕ ਨਿੰਦਣ ਲੱਗ ਗਏ ਤੇ ਉਹ ਬਿਲਕੁਲ ਹੀ ਫਿਰ ਉਹਨਾਂ ਨੂੰ ਅੰਦਰੋਂ ਫਿਰ ਮਹਿਸੂਸ ਹੋਇਆ ਪਰਮਾਤਮਾ ਵੱਲੋਂ ਕਿ ਵੀ ਯਾਰ ਇਹ ਤੂੰ ਗਲਤ ਕੰਮ ਕੀਤਾ ਕਬੀਰ, ਇਹ ਤੈਨੂੰ ਕਰਨਾ ਨਹੀਂ। ਬਸ ਫਿਰ ਉਹ ਫਿਰ ਦੁਬਾਰਾ ਜਦੋਂ ਕੋਈ ਕਿਸੇ ਨਾ ਬੰਦੇ ਦੀ ਕਹਿੰਦੇ ਜੀ ਲੱਤ ਟੁੱਟ ਗਈ, ਕੋਈ ਸੇਵਕ ਸੀ ਤੇ ਉਹ ਕਿਤੇ ਉਹ ਆ ਗਿਆ ਕਹਿੰਦਾ ਜੀ ਤੁਸੀਂ ਕਰੋ। ਕਹਿੰਦੇ ਉਹਨਾਂ ਨੇ ਕਿਤੇ ਉਹ ਕਹਿੰਦੇ ਜਾ ਭੱਜ ਦੌੜ, ਤੇਰੇ ਕੁਛ ਨਹੀਂ ਹੋਇਆ ਤੇਰੀ ਲੱਤ ਨੂੰ। ਉਹ ਦੌੜਿਆ ਤੇ ਜੋ ਸੱਚੀਓ ਦੌੜਦਾ ਉਹਨੇ ਰੌਲਾ ਪਾ ਦਿੱਤਾ। ਫਿਰ ਇਹ ਸ਼ਬਦ ਉਹਨਾਂ ਨੇ ਉਚਾਰਨ ਕੀਤਾ ਕਿ ਵੀ ਉਹ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਤੇ ਕਿਆ ਜਾਣੇ ਕਿ ਹਰ ਕੀਆ ਪੈਓ ਕਬੀਰ। ਉਹ ਨਾਮ ਫਿਰ ਕਬੀਰ ਦਾ। ਫਿਰ ਲੋਕਾਂ ਦੀਆਂ ਭੀੜਾਂ ਘੱਟ ਕੇ ਲੋਕ ਆਉਣ ਲੱਗੇ ਵੀ ਇਹ ਬਾਕੀ ਇਹ ਤਾਂ ਸੀ, ਇਹ ਤਾਂ ਡਰਾਮਾ ਰਚਿਆ ਜੀ ਵੀਰ ਜੀ। ਅੱਗੇ ਅਗਲਾ ਸ਼ਲੋਕ। ਕਬੀਰ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ, ਤਾਕੇ ਪੱਕੀ ਪਾਨ ਹੀ ਮੇਰੇ ਤਨ ਕੋ ਚਾਮ। ਦੇਖੋ ਕਿੰਨਾ ਜਿਹੜਾ ਹੈਗਾ ਮਹੱਤਵ ਹੈਗਾ ਭਾਈ ਪਰਮੇਸ਼ਰ ਦੇ ਨਾਮ ਦਾ, ਕਿੰਨਾ ਮਹੱਤਵ ਹੈਗਾ। ਕਬੀਰ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ। ਸੁਪਨੇ ਦੇ ਵਿੱਚ ਕਿਤੇ ਸੁਪਨੇ 'ਚ ਹੀ ਜਿਹੜਾ ਹੈਗਾ ਬਰੜਾ ਕੇ ਕਿਸੇ ਦੇ ਮੂੰਹ 'ਚੋਂ ਰਾਮ ਨਿਕਲ ਜਾਏ। ਕਹਿੰਦੇ ਉਹਦੇ ਪੈਰ ਦੀ ਜੁੱਤੀ ਮੇਰੇ ਤਨ ਦੇ ਚਮੜੀ ਤੋਂ ਬਣਾਇਆ ਜਾਏ। ਮੇਰੇ ਤਨ ਦੀ ਚਮੜੀ ਉਹਦੇ ਪੈਰ ਦੀ ਜੁੱਤੀ ਬਣਾਈ ਜਾਏ ਮੇਰੇ ਤਨ ਦੀ ਚਮੜੀ 'ਚੋਂ। ਹੁਣ ਸੁਪਨੇ ਦੇ ਵਿੱਚ ਬਰੜਾ ਕੇ ਨਾਮ ਰਾਮ ਨਿਕਲੇ, ਇਹ ਕਦੋਂ ਹੋ ਸਕਦਾ ਹੈ? ਜਦ ਕਿ ਭਾਈ ਉਹਦੇ ਅੰਦਰ ਰਾਮ ਚੱਲ ਪਏ ਤੇ ਜਦ ਉਹ ਜਿਹੜਾ ਹੈਗਾ ਜਾਗਦੇ ਹੋਏ ਰਾਮ, ਜਿੱਥੇ ਸੁਰਤ ਹੁੰਦੀ ਆ ਆਦਮੀ ਨੂੰ ਉਹੇ ਜਿਹੇ ਸੁਪਨੇ ਆਉਂਦੇ ਆ ਭਾਈ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਜਦੋਂ ਬੰਦਾ ਬਣਾਉਂਦਾ ਹੈ ਤੇ ਵੇਖੋ ਆਪਾਂ ਬਣਾਉਂਦੇ ਕਿਹੋ ਜਿਹਾ ਵਿਚਾਰ ਕਰਦੇ ਆ। ਔਰ ਇੱਕ ਚੀਜ਼ ਸੱਚ ਆਪ ਜੀ ਨੂੰ ਮੈਂ ਦੱਸਣਾ ਚਾਹੁੰਦਾ, ਜਦੋਂ ਤੁਸੀਂ ਕਾਫੀ ਸ਼ੁੱਧ ਹੋ ਗਏ ਨਾ ਤੇ ਤੁਹਾਡੇ ਸੁਪਨੇ ਬੜੇ ਸ਼ੁੱਧ ਹੋ ਜਾਣੇ। ਤੁਸੀਂ ਦੇਖੋਗੇ ਸੁਪਨੇ 'ਚ ਵੀ ਮਾੜਾ ਕੰਮ ਨਹੀਂ ਕਰ ਸਕਦੇ। ਜਸਟ ਸੋਚ ਰਹੇ ਜੋ ਕਿੱਦਾਂ ਦੀ ਗੱਲ ਹੋਊਗੀ। ਇਹ ਸੱਚ ਲਿਖਿਆ ਸਭ ਕੁਝ, ਬਿਲਕੁਲ ਪ੍ਰੈਕਟੀਕਲ ਹੋਏਗਾ ਤੁਹਾਡੇ ਨਾਲ। ਜਦੋਂ ਤੁਹਾਡੀ ਸਹਿਜ ਅਵਸਥਾ ਥੋੜੀ ਪੱਕ ਗਈ, ਵੈਸੇ ਆਮ ਹੀ ਬੁਰਾਈ ਤੁਹਾਡੇ ਲਾਗੇ ਨਹੀਂ ਆ ਸਕਦੀ। ਬੜੀ ਪਵਿੱਤਰਤਾ ਬਣ ਜਾਂਦੀ ਹੈ, ਬੜੀ ਜ਼ਬਰਦਸਤ ਸਤਾ। ਔਰ ਇਹ ਸਤਾ ਕਦੋਂ ਬਣਨੀ ਹੈ? ਜਦੋਂ ਤੁਸੀਂ ਬਾਰ-ਬਾਰ ਅਖੰਡ ਅਵਸਥਾ ਨੂੰ ਅਨੁਭਵ ਕੀਤਾ। ਤੁਸੀਂ ਬਾਰ-ਬਾਰ ਆਤਮਾ ਤੱਤ ਦੇ ਦਰਸ਼ਨ ਕਰੋ ਹਰ ਦਿਨ 15 ਮਿੰਟ 20 ਮਿੰਟ ਅੱਧਾ ਘੰਟਾ 45 ਮਿੰਟ। ਇੱਕ ਸਮਾਂ ਆਊਗਾ ਇੰਨੇ ਸ਼ੁੱਧ ਇੰਨੇ ਪਵਿੱਤਰ, ਤੁਸੀਂ ਸਾਰੀ ਕਾਲਖ ਸਾਰੀ ਮਲੀਨਤਾ ਤੋਂ ਮੁਕਤ ਹੋ ਜਾਣਾ। ਉਹ ਕਹਿੰਦੇ ਕਿ ਜੇ ਕੋਈ ਬੰਦਾ ਸੁਪਨੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਜਾਪ ਕਰੇ, ਆਪ ਜਸਟ ਚੀਜ਼ ਨੂੰ ਦੇਖੋ ਪਲੀਜ਼। ਇਹ ਬੜੀ ਇੰਪੋਰਟੈਂਟ ਗੱਲ ਕੀਤੀ ਆ। ਇਹਦਾ ਮਤਲਬ ਕਬੀਰ ਜੀ ਇਹ ਨਹੀਂ ਕਹਿ ਰਹੇ ਕਿ ਸੁਪਨੇ ਦੇ ਵਿੱਚ ਉਹਨਾਂ ਨੇ ਬੜਾਇਆ ਰੱਬ ਦਾ ਨਾਮ। ਉਹ ਅਸਲ 'ਚ ਇਹ ਕਹਿਣਾ ਚਾਹੁੰਦੇ ਨੇ ਕਿ ਸੁਪਨੇ ਦੇ ਵਿੱਚ ਸਾਡਾ ਕੰਟਰੋਲ ਨਹੀਂ ਆ। ਤੁਸੀਂ ਕਿਸੇ ਕਰਮ ਨੂੰ ਨਹੀਂ ਕਰਦੇ। ਆਪ ਜਸਟ ਪਲੀਜ਼ ਇਹ ਚੀਜ਼ ਨੂੰ ਦੇਖੋ। ਜਦੋਂ ਕੋਈ ਮਨੁੱਖ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ, ਜਦੋਂ ਕਿਸੇ ਮਨੁੱਖ ਦਾ ਦਿਨੇ ਕੋਈ ਵਾਸ ਨਹੀਂ ਚੱਲਦਾ ਤੇ ਉਹ ਕੀ ਕਰਦਾ ਹੈ ਕਿ ਉਹ ਸੁਪਨੇ ਦੇ ਵਿੱਚ ਉਸ ਕਾਰਜ ਨੂੰ ਕਰਦਾ ਹੈ। ਉਹ ਤੁਹਾਡੇ ਅੰਤਰਾਕਰਣ ਦੀ ਇੱਕ ਸਥਿਤੀ ਹੈ, ਤੁਹਾਡੇ ਮਨ ਦੀ ਸਥਿਤੀ ਹੈ। ਠੀਕ ਹੈ ਜੀ। ਉਹ ਕਬੀਰ ਸਾਹਿਬ ਕਹਿ ਰਹੇ ਨੇ ਕਿ ਜਦੋਂ ਤੂੰ ਸੁਪਨੇ ਦੇ ਵਿੱਚ ਕੁਝ ਕਰਦਾ ਹੈ ਤਾਂ ਉਹ ਬਹੁਤ ਜ਼ਬਰਦਸਤ ਚੀਜ਼ ਹੈ। ਨਿਜਾ ਸਾਹਿਬ ਬਿਲਕੁਲ, ਉਹ ਤੇਰੇ ਅੰਦਰ ਵਸੀ ਹੋਈ ਹੈ। ਔਰ ਉਹ ਜੇਕਰ ਤੇਰੇ ਅੰਦਰ ਕੋਈ ਏਦਾਂ ਦਾ ਅਧਿਆਤਮਿਕ ਕੋਈ ਕੀੜ ਘੁੰਮਿਆ ਹੈ ਸੁਪਨੇ ਦੇ ਵਿੱਚ, ਤੇ ਮੈਂ ਇਸ ਨੂੰ ਐਪਰੀਸ਼ੀਏਟ ਕਰਦਾ ਹਾਂ ਕਿਉਂਕਿ ਬਹੁਤ ਗਹਿਰਾ ਹੈ। ਕਿਉਂਕਿ ਉਹ ਖਾਸ ਕਰਕੇ ਉੱਥੇ ਤੇਰਾ ਕੰਟਰੋਲ ਨਹੀਂ ਹੈਗਾ। ਤੇ ਜੇ ਤੂੰ ਉਸ ਅਵਸਥਾ 'ਚ ਜੇ ਕੁਝ ਏਦਾਂ ਦਾ ਕੰਮ ਕਰਦਾ ਹੈ ਤੇ ਮੈਂ ਤੈਨੂੰ ਸਲੂਟ ਕਰਦਾ। ਠੀਕ ਹੈ ਜੀ ਨਿੱਜਰ ਸਾਹਿਬ। ਬਿਲਕੁਲ ਹਾਂਜੀ ਬਿਲकुल सही है जी, बिल्कुल सही है। कबीर माटी के हम पूतरे मानस राख्यो नाओ, 4 दिवस के पाहुने बड़ बड़ रूंदे ठाओ। ਹੁਣ ਇਨਸਾਨ ਸੋਚੇ, ਆਪਾਂ ਸੋਚੀਏ ਵੀ ਆਪਾਂ ਹੈ ਕੌਣ। ਕਹਿੰਦੇ ਸਿਰਫ ਮਿੱਟੀ ਦੇ ਜਿਹੜੇ ਹੈਗੇ ਆ, ਇਹ ਮਿੱਟੀ ਦੇ ਪੁਤਲੇ ਹੈਗੇ ਆ ਆਪਾਂ। ਖਾਕ ਤੇ ਨੂਰ ਦਿੱਤਾ ਹੈ ਮਾਲਕ ਦਾ। ਨੂਰ ਆ ਗਿਆ ਖਾਕ ਦੇ ਵਿੱਚ, ਖਾਕ ਦੇ ਬਣੇ ਹੋਏ ਆ ਆਪਾਂ।
ਤੇ ਆਪਣੇ ਆਪ ਨੂੰ ਮੈਂ ਕਰੀ ਜਾਂਦੇ ਆ, ਮੈਂ ਫਲਾਨਾ ਹੈਗਾ, ਮੈਂ ਢਿਮਕਾ ਹੈਗਾ, ਤੇ ਨਾਂ ਰੱਖੀ ਜਾਂਦੇ ਆ ਇਨਸਾਨ ਦਾ, ਇਨਸਾਨ ਨਾਂ। ਔਰ ਹੈ ਕੁਛ ਵੀ ਨਹੀਂ, ਆਪਣੀ ਹੋਂਦ ਹੈ ਹੀ ਨਹੀਂ। माटी के हम पूतरे, कबीर माटी के हम पूतरे, मानस राख्यो ठाव नाव, 4 दिवस के पावने बड़ बड़ रूंदे ठाव। ਔਰ ਆਪਣਾ ਸਮਾਂ ਜਿਹੜਾ ਹੈਗਾ, ਆਪਣੀ ਜਿਹੜੀ ਆ ਉਮਰ ਜਿਹੜੀ ਹੈਗੀ ਆ, ਇਹ ਪੁਤਲੇ ਦਾ ਜਿਹੜੀ ਹੈਗੀ ਮਨਿਆਦ ਜਿਹੜੀ ਹੈਗੀ ਆ, ਇਹ ਪੁਤਲੇ ਦੀ ਮਨਿਆਦ ਵੀ ਜਿਹੜੀ 4 ਦਿਨ ਦੀ ਹੈ। ਥੋੜ੍ਹੀ ਜਿਹੀ ਇਹਦੀ ਬੈਟਰੀ ਖਤਮ ਹੋ ਜਾਣੀ ਹੈ, ਦੁਬਾਰਾ ਬੈਟਰੀ ਪੈਣੀ ਨਹੀਂ ਹੈ, ਰਿਪਲੇਸ ਨਹੀਂ ਹੋਣੀ ਬੈਟਰੀ ਇਹਦੀ। 4 दिवस के पावने बड़ बड़ रूंदे ठाव। और की करी जा रहे हैं, आ भी मेरा, आ भी मेरा, आ भी मेरा, बस ਲਈ ਜਾ ਰਹੇ हैं ਅੱਗੇ ਅੱਗੇ, ਆਪਣੀ ਜਿਹੜੇ ਹੈਗੇ ਵਧਾਈ ਜਾ ਰਹੇ हैं ਆਪਣੀ ਮਾਇਆ ਨੂੰ, ਆਪਣੇ ਜ਼ਮੀਨ ਜਾਇਦਾਦ ਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਫਿਰ ਆਤਮਾ ਦੀ ਗੱਲ ਕੀਤੀ ਇਹਨਾਂ ਨੇ। ਜਦੋਂ ਤੁਸੀਂ ਧਿਆਨ ਸਿਮਰਨ ਕਰਦੇ ਗਏ ਹੌਲੀ ਹੌਲੀ ਕਰਕੇ ਨਾ ਤੁਹਾਨੂੰ ਮੌਕਾ ਮਿਲਣਾ। ਸ਼ੁਰੂ ਚ ਨਹੀਂ ਮਿਲਦਾ, ਥੋੜਾ ਅੱਗੇ ਚੱਲੋਗੇ ਤੇ ਮਿਲੇਗਾ। ਤੁਸੀਂ ਸਰੀਰ ਤੋਂ ਅੱਗੇ ਚੱਲ ਜਾਣਾ, ਉੱਥੇ ਸੂਖਮ ਸਰੀਰ ਦਾ ਤੁਹਾਨੂੰ ਅਨੁਭਵ ਹੋਣਾ। ਵੈਸੇ ਵੀ ਤੁਸੀਂ ਜਦੋਂ ਅੱਖਾਂ ਬੰਦ ਕਰ ਲੈਂਦੇ ਜੀ, ਇਹ ਤੁਹਾਡਾ ਅੰਤਰੀ ਜਿਹੜਾ ਸੂਖਮ ਮੰਡਲ ਹੈ, ਇਹ ਏਦਾਂ ਦਾ ਹੈ, ਵਿਚਾਰ ਮੰਡਲ ਜਿਹਨੂੰ ਕਹਿ ਲਓ। ਵਿਚਾਰ ਖਾਸ ਕਰਕੇ ਸੰਸਾਰ ਦੇ ਪ੍ਰਤੀ ਚੱਲਦੇ ਨੇ, ਸੰਸਾਰ ਦੇ ਬਾਰੇ ਹੀ ਉਹ ਗੱਲਾਂ ਘੁੰਮਦੀਆਂ ਨੇ। ਉਹ ਤੁਹਾਡਾ ਸੂਖਮ ਆ। ਤੁਸੀਂ ਜੋ ਵੀ ਬੋਲਦੇ ਜੋ ਸਾਰਾ ਅੰਦਰ ਹੈ, ਜੋ ਅੰਦਰ ਤੁਹਾਡੇ ਚੱਲਦਾ ਹੈ, ਤੁਸੀਂ ਉਹੀ ਬੋਲ ਰਹੇ ਜੋ ਤੁਹਾਡੇ ਅੰਦਰ ਚੱਲ ਰਿਹਾ ਤੁਸੀਂ ਉਹੀ ਸੋਚਦੇ ਜੋ ਤੁਹਾਡੇ ਅੰਦਰ ਚੱਲ ਰਿਹਾ ਤੁਸੀਂ ਉਹੀ ਦੇਖਦੇ ਜੋ ਤੁਹਾਡੇ ਅੰਦਰ ਚੱਲ ਰਿਹਾ ਤੁਸੀਂ ਉਹੀ ਸੁਣਦੇ ਜੋ। ਸੋ ਇਹ ਤੁਹਾਡੇ ਅੰਦਰ ਜਿਹੜਾ ਮਸ਼ੀਨ ਆ, ਜਿਹਨੂੰ ਸੌਫਟਵੇਅਰ ਕਹਿ ਸਕਦੇ ਹਾਂ ਆਪਾਂ, ਉਹ ਜਿਹੜੇ ਤੁਸੀਂ ਖੁਦ ਚਾੜੇ ਨੇ, ਉਹ ਤੁਸੀਂ ਚਲਾਉਂਦੇ ਜੋ। ਉਹ ਚਾਹੇ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਅਹੰਕਾਰ ਦਾ, ਜਿਹੜੀ ਵੀ ਅੰਦਰ ਪ੍ਰੋਗਰਾਮਿੰਗ ਹੋਈ ਆ ਉਹਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਜੋ। ਜਿੱਦਾਂ ਮੇਰੇ ਅੰਦਰ ਚਾਹੇ ਕੁਝ ਔਗਣ ਚੱਲ ਰਿਹਾ ਹੈ, ਉਹ ਮੈਂ ਪ੍ਰੋਗਰਾਮਿੰਗ ਕੀਤੀ ਹੈ। ਹੁਣ ਉਹ ਪ੍ਰੋਗਰਾਮਿੰਗ ਜਿੱਦਾਂ ਦੀ ਮੈਂ ਫੀਡ ਭਰੀ ਹੈ ਮਸ਼ੀਨ 'ਚ, ਉਹ ਰਿਕਾਰਡ, ਉਹ ਗਾਣਾ ਵੱਜ ਰਿਹਾ। ਜਿੱਦਾਂ ਤੁਹਾਡੀ ਕੈਸਟ 'ਚ ਤੁਸੀਂ ਜੋ ਮਰਜ਼ੀ ਭਰ ਲਓ ਨਿੱਜਾ ਸਾਹਿਬ, ਬਿਲਕੁਲ ਜੀ, ਉਹਨੂੰ ਭਰ ਕੇ ਤੇ ਮੁੜ ਕੇ ਵਜਾਉਂਦੇ ਰਹੋ। ਇਹੋ ਹਿਸਾਬ ਹੈ। ਇਹ ਸਰੀਰ ਤੋਂ ਜਦੋਂ ਤੁਸੀਂ ਅੱਗੇ ਲੰਘ ਗਏ ਨਾ, ਤੇ ਤੁਹਾਨੂੰ ਸੂਖਮ ਦਾ ਪਤਾ ਲੱਗੇਗਾ। ਸੂਖਮ ਦਾ ਮਤਲਬ ਹੀ ਅਖੰਡ ਅਵਸਥਾ ਹੈ। ਉੱਥੇ ਨਿਕਲ ਜਾਣਾ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਕ ਪ੍ਰਾਪਤੀ ਹੈ। ਬੱਜਰ ਕਪਾਟ ਦਾ ਮਤਲਬ ਇਹੋ ਹੀ ਆ ਕਿ ਮਨ ਦੇ ਅੰਦਰ ਪ੍ਰਵੇਸ਼ ਕਰਦੇ ਜਾਣਾ। ਇੱਕ ਨਾ ਇੱਕ ਦਿਨ ਤੁਸੀਂ ਉਸ ਵਿਧੀ ਨੂੰ ਜਾਣ ਲਓਗੇ, ਕਿਉਂਕਿ ਪ੍ਰਮਾਤਮਾ ਨੇ ਕੋਈ ਵੀ ਚੀਜ਼ ਹੈ ਨਾ, ਉਹ ਗੁਪਤ ਰੂਪ 'ਚ ਰੱਖੀ ਹੈ। ਹੁਣ ਬਦਾਮ ਦੀ ਗਿਰੀ ਕਿੱਡੀ ਵਧੀਆ ਹੈ, ਕਿੱਡੀ ਸ਼ਕਤੀਸ਼ਾਲੀ ਚੀਜ਼ ਹੈ, ਪਰ ਕਿੱਡੇ ਸਖਤ ਛਿਲਕੇ ਦੇ ਅੰਦਰ ਰੱਖੀ ਹੈ। ਹੁਣ ਉਹਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਹੈ, ਫਿਰ ਉਹਨੂੰ ਪ੍ਰਾਪਤ ਕਰੋ, ਫਿਰ ਉਹਨੂੰ ਖਾ ਲਓ, ਤਾਕਤ ਮਿਲੂਗੀ ਤੁਹਾਨੂੰ। ਇਸੇ ਹੀ ਤਰ੍ਹਾਂ ਜਦੋਂ ਤੁਸੀਂ ਵਿਚਾਰ ਮੰਡਲ ਤੋਂ ਅੱਗੇ ਜਾਂਦੇ ਜੋ, ਤੇ ਵਿਚਾਰ ਮੰਡਲ ਕੀ ਕਰਦਾ, ਤੁਹਾਨੂੰ ਰੋਕਦਾ, ਪੂਰਾ ਜ਼ੋਰ ਲਾਉਂਦਾ ਹੈ, ਖਾਸ ਕਰਕੇ ਤੁਹਾਨੂੰ ਕਿਤੇ ਵੀ ਨਹੀਂ ਅੰਦਰ ਜਾਣ ਦਿੰਦਾ। ਔਰ ਉਸ ਦੇ ਵਿੱਚ 5 ਜਿਹੜੇ ਦਰਵਾਜ਼ੇ ਨੇ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ। ਉਸ ਤੋਂ ਬਾਅਦ ਫਿਰ ਕੀ ਹੈ ਕਿ ਜਦੋਂ ਤੁਸੀਂ ਇਹਨਾਂ ਤੋਂ ਅੱਗੇ ਲੰਘ ਜਾਂਦੇ ਜੋ, ਇਹ ਵਿਚਾਰ ਨੇ ਤੁਹਾਡੇ, ਠੀਕ ਹੈ, ਤੁਹਾਡਾ ਕੋਈ ਵੀ ਜ਼ਿੰਦਗੀ ਦਾ ਵਿਚਾਰ ਹੈ, ਇਹਨਾਂ 5 ਦੇ ਨਾਲ ਜੁੜਿਆ। ਇਸ ਤੋਂ ਜਦੋਂ ਤੁਸੀਂ ਅੱਗੇ ਲੰਘ ਜਾਓਗੇ ਤੇ ਅੱਗੇ ਆਤਮਾ ਹੈ। ਆਤਮਾ ਦੇ ਵਿੱਚ ਪਹੁੰਚਣ ਦੇ ਨਾਲ ਜਿਹੜੇ ਬੱਜਰ ਕਪਾਟ ਨਸ਼ਟ ਹੋ ਜਾਂਦੇ ਆ। ਪਹਿਲਾਂ ਬੱਜਰ ਕਪਾਟ ਹੈਗੇ ਆ, ਪਰ ਹੌਲੀ ਹੌਲੀ ਵੀਕ ਹੁੰਦੇ ਜਾਂਦੇ। ਬੱਜਰ ਕਪਾਟ ਦਾ ਹੀ ਮਤਲਬ ਹੈ ਕਿ ਜਿਹੜੇ 5 ਕਿਸਮ ਦੇ ਜਿਹੜੇ ਕਾਮ ਵਿਚਾਰ ਨੇ, ਬਿਲਕੁਲ ਇਹਦੀਆਂ 5 ਦਰਵਾਜ਼ੇ ਨੇ। ਇਹ ਆਤਮਾ ਤੇ ਨਾ ਇੱਕ ਜਿੰਦਰਾ ਮਾਰਿਆ ਹੋਇਆ, ਕਿਉਂਕਿ ਉੱਥੇ ਕੋਈ ਜਾਵੇ ਤੈਨੂੰ ਲੱਭੇ ਨਾ। ਕੋਈ 3 ਪਾਰ ਕਰਦਾ, ਕੋਈ 4 ਪਾਰ ਕਰਦਾ ਹੈ। ਬੜਾ ਮਾਈ ਦਾ ਲਾਲ, ਜਿਹਨੇ ਮਾਂ ਦਾ ਦੁੱਧ ਪੀਤਾ, ਮੈਂ ਕਹਿ ਸਕਦਾ, ਆਮ ਬੰਦੇ ਦਾ ਨਹੀਂ ਕੰਮ ਹੈਗਾ। ਦੁੱਧ ਪੀਤਾ, ਬੜਾ ਜਿੱਦੀ, ਬੜਾ ਹੱਟੀ, ਲੱਗਾ ਰਹਿੰਦਾ, ਹਟਦਾ ਨਹੀਂ। ਇੱਕ ਸਮਾਂ ਆਊਗਾ ਇਹ 5 ਤੋਂ ਅੱਗੇ ਲੰਘ ਜਾਏਗਾ, ਪਰ ਸ਼ੁਰੂ 'ਚ ਉਹਦਾ ਨਹੀਂ ਪਤਾ ਲੱਗਦਾ। ਇਸ ਭੇਦ ਨੂੰ ਜਾਣਨ ਦੇ ਲਈ ਤੁਹਾਨੂੰ ਸੰਗਤ ਕਰਨੀ ਪਊਗੀ, ਉਹਨਾਂ ਲੋਕਾਂ ਦੇ ਲਾਗੇ ਬਹਿਣਾ ਪਊਗਾ ਜਿਹੜੇ ਇਸ ਭੇਦ ਨੂੰ ਜਾਣਦੇ ਆ, ਉਹ ਤੁਹਾਨੂੰ ਦੱਸਣ। ਠੀਕ ਹੈ ਜੀ। ਜਦੋਂ ਤੁਸੀਂ ਬੱਜਰ ਕਪਾਟ ਲੰਘ ਗਏ, ਉਸ ਤੋਂ ਅੱਗੇ ਆਤਮਾ ਹੈ। ਸ਼ੁਰੂ 'ਚ ਇਹ ਤੱਤ ਹੁੰਦੇ ਨੇ, ਪਰ ਬਾਰ-ਬਾਰ ਉੱਥੇ ਜਾਣ ਦੇ ਨਾਲ ਵੇਖੋ ਇਹਨਾਂ ਦੀ ਪਕੜ ਘਟ ਜਾਏਗੀ, ਬਹੁਤ ਕਮਜ਼ੋਰ ਹੋ ਜਾਣਗੇ। ਇੱਕ ਸਮਾਂ ਆ ਜਾਊਗਾ ਤੁਸੀਂ ਨਿਊਟਰਲ ਹੋ ਜਾਓਗੇ, ਜਿੱਦਾਂ ਮੁਰਦੇ ਵਾਂਗੂ ਮਰੀਦ ਨਹੀਂ ਹੋ ਜਾਂਦਾ ਬੰਦਾ, ਬਿਲਕੁਲ ਹੀ। ਪਾਣੀ 'ਚ ਸੁੱਟਿਆ, ਹੁਣ ਉਹਦੀ ਕੋਈ ਇੱਛਾ ਨਹੀਂ ਹੈਗੀ, ਪਾਣੀ ਸੱਜੇ ਖੱਬੇ ਲੈ ਜਾਂਦਾ ਨੂੰ, ਉਸੇ ਤਰ੍ਹਾਂ ਤੁਸੀਂ ਤੁਰੋਗੇ। ਇਹ ਸੰਸਾਰ ਦੇ ਵਿੱਚ ਨਿੱਜਾ ਸਾਹਿਬ ਇੱਕ ਭਵ ਸਾਗਰ ਹੈ।
ਬਿਲਕੁਲ। ਬਾਣੀ ਵੀ ਕਹਿੰਦੀ ਹੈ ਗੋਰਖੀ ਸਾਹਿਬ ਕਿ ਮੁਰਦੇ ਨੂੰ ਭਾਵੇਂ ਤੂੰ ਬਿਸ਼ਟਾ ਚ ਰਲਾ ਦੇ, ਭਾਵੇਂ ਉਹਨੂੰ ਚੰਦਨ ਦਾ ਲੇਪ ਕਰ ਦੇ, ਮੁਰਦੇ ਨੇ ਕੁਛ ਨਹੀਂ ਕਹਿਣਾ ਵਿਚਾਰੇ ਨੇ। ਹਾਂ, ਜਦ ਤੱਕ ਤੁਸੀਂ ਗੇਅਰ ਨਹੀਂ ਨਾ ਕੱਢਦੇ, ਗੇਅਰ ਤੁਹਾਡੇ ਪਏ ਨੇ 5 ਗੇਅਰ ਆ, 5 ਚੋਂ ਇੱਕ ਦਾ ਪਾ ਛੱਡਦੇ ਜੋ ਆਪਾਂ। ਬਿਲਕੁਲ। ਜਿਹੜਾ ਗੇਅਰ ਹੈ ਨਾ, ਗੇਅਰ ਕੱਢਣਾ ਪੈਣਾ। ਹੁਣ ਦੇਖੋ, ਗੱਡੀ ਨੂੰ ਤੁਸੀਂ ਜਦ ਤੱਕ ਖੁਦ ਆਪਰੇਟ ਕਰਦੇ ਜੋ, ਗੱਡੀ ਨੂੰ ਕਿਸੇ ਨੇ ਕੁਛ ਨਹੀਂ ਜੋ ਕਹਿਣਾ, ਤੇ ਜਦੋਂ ਤੁਸੀਂ ਗੱਡੀ ਨੂੰ ਨਿਊਟਰਲ ਕਰਤਾ, ਗੱਡੀ ਆਪਣੇ ਆਪ ਹੀ ਸਮੂਥ ਹੋ ਜਾਣੀ ਹੈ, ਸ਼ਾਂਤ ਹੋ ਕੇ ਪੈ ਜਾਣੀ। ਹਾਂਜੀ ਨਜਰ ਸਾਹਿਬ, ਅੱਗੇ ਚਲੀਏ। ਅੱਗੇ ਕਬੀਰ ਮਹਿੰਦੀ ਕਰ ਕਾਲਿਆ ਆਪ ਪਿਸਾਏ ਪਿਸਾਏ, ਤੈਂ ਸ਼ੈ ਬਾਤ ਨਾ ਪੁੱਛੀਏ ਕਬੂ ਨਾ ਲਾਈ ਪਾਏ। ਇੱਥੇ ਹੁਣ ਕਬੀਰ ਜੀ ਕਹਿੰਦੇ ਆਪ ਵਰਡ ਜਿਹੜਾ ਹੈਗਾ, ਜੇ ਆਪਾਂ ਆਪਣੀ ਹਉਮੈ ਦੇ ਨਾਲ ਲਾਈਏ, ਬਈ ਹਉਮੈ ਨੂੰ ਪਿਸਾਇਆ ਨਾ, ਹਉਮੈ ਨੂੰ ਪਿਸਾਇਆ ਤੇ ਫਿਰ ਤਾਂ ਲਾ ਲੈਣੀ ਸੀ ਪਾਏ, ਮਾਲਕ ਪਰਮਾਤਮਾ ਨੇ ਜਿਹੜੇ ਆ ਬਾਤ ਪੁੱਛ ਲੈਣੀ ਸੀ। ਇੱਥੇ ਕਬੀਰ ਜੀ ਕਹਿੰਦੇ ਆ ਕਿ ਤੈਂ ਸ਼ੈ ਬਾਤ ਨਾ ਪੁੱਛੀਏ, ਤੂੰ ਤਾਂ ਮੇਰੀ ਗੱਲ ਵੀ ਨਹੀਂ ਪੁੱਛੀ। ਆ ਮੇਰੀ ਜਿਹੜੀ ਹੈਗੀ ਮਿਹਨਤ ਜਿਹੜੀ ਹੈਗੀ, ਜਿਹੜੀ ਮੈਂ ਘਾਲਣਾ ਕੀਤੀ ਹੈ, ਮਹਿੰਦੀ ਵਾਂਗੂ ਪੀਸ ਕੇ ਜਿਹੜਾ ਹੈਗਾ, ਆਪ ਪਿਸਾਏ ਪਿਸਾਏ। ਆਪ ਦਾ ਮਤਲਬ ਹੈ ਵੀ ਕਰਮ ਕਾਂਡ, ਆਪਣੇ ਮਨ ਦੇ ਨਾਲ ਬ੍ਰਹਮ ਗਿਆਨੀਆਂ ਤੋਂ ਗਿਆਨ ਲੈ ਕੇ, ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਹੈਗਾ, ਆਪਣੀ ਹਉਮੈ, ਆਪਣੇ ਆਪ ਨੂੰ ਗਰੀਬੀ ਦੇ ਵਿੱਚ ਰੱਖ ਕੇ ਤੇ ਆਪਣੀ ਹਉਮੈ ਨੂੰ ਵਰਕਆਊਟ ਕੀਤਾ, ਤਾਂ ਉਹ ਮਹਿੰਦੀ ਜਿਹੜੀ ਕਬੂਲ ਹੋ ਜਾਣੀ ਸੀ ਮਾਲਕ ਨੂੰ। ਪਰ ਇੱਥੇ ਕਹਿ ਰਿਹਾ ਕਿ ਕਬੀਰ ਮਹਿੰਦੀ ਕਰ ਘਾਲਿਆ ਆਪ ਪਿਸਾਏ ਤੈਂ ਸ਼ੈ ਬਾਤ ਨਾ ਪੁੱਛੀਏ ਕਬੂ ਨਾ ਲਾਈ ਪਾਏ। ਕਹਿੰਦੇ ਤੂੰ ਤਾਂ ਗੱਲ ਵੀ ਨਹੀਂ ਪੁੱਛੀ। ਆ ਜਿਹੜੀ ਕਰਮ ਕਾਂਡਾਂ ਦੀ, ਯਦੀ ਕਰਮ ਕਾਂਡਾਂ ਦੀ ਵੈਲਿਊ ਹੀ ਨਹੀਂ ਹੈਗੀ ਤੇਰੇ ਕੋਲ। ਤੈਂ ਸ਼ੈ ਬਾਤ ਨਾ ਪੁੱਛੀਏ ਕਬੂ ਨਾ ਲਾਈ ਪਾਏ। ਇਹ ਆਪ ਪਿਸਾਏ ਕੀ ਆ ਬਈ, ਸਰੀਰ ਨੂੰ ਕਸ਼ਟ ਦੇ ਕੇ ਜਿਹੜਾ ਹੈਗਾ, ਤਕਲੀਫਾਂ ਉਠਾ ਕੇ ਜਿਹੜਾ ਹੈਗਾ, ਪਾਣੀ 'ਚ ਖੜੇ ਹੋ ਕੇ, ਪੁੱਠੇ ਲਟਕ ਕੇ, ਧੂਣੀਆਂ ਲੈ ਕੇ, ਪਤਾ ਨਹੀਂ ਕੀ ਕੁਛ ਕਰਦੇ ਆ ਭਾਈ। ਹਾਂਜੀ ਵੀਰ ਜੀ। ਹੁਣ ਦੇਖੋ ਸਾਧ ਸੰਗਤ ਜੀ, ਫਿਰ ਟੋਕਾਈ ਹੈ। नीचे से तो बोलो दोबारा। कबीर मेहंदी कर कालिया आप पिसाए तैं शै बात ना पूछिए कबू न लाई पाए। मतलब ਬਈ ਜਿਹੜੇ ਆਪਣੇ ਮਨ ਦੇ ਹਿਸਾਬ ਦੇ ਨਾਲ ਔਰ ਸੋ ਕਾਲਡ ਮਹਾਂਪੁਰਖ ਜਿਹੜੇ ਹੈਗੇ ਆ, ਉਹਨਾਂ ਦੇ ਅਨੁਸਾਰ ਕਰਮ ਕਾਂਡ ਕਰਦੇ ਆ। ਸਿਰਫ ਕਰਮ ਕਾਂਡ, ਬਾਹਰੀ ਮਨ ਨੂੰ ਨਹੀਂ ਫੜਦੇ ਜਿਹੜੇ ਹੈਗੇ। ਬ੍ਰਹਮ ਗਿਆਨੀਆਂ ਤੋਂ ਗਿਆਨ ਲੈ ਕੇ ਆਪਣੇ ਮਨ ਨੂੰ ਜਿਹੜਾ ਹੈਗਾ, ਮਨ ਵੱਲ ਯਾਤਰਾ ਨਹੀਂ ਕਰਦੇ। ਉਹ ਜਿਹੜੇ ਹੈਗੇ ਆ ਕਰਮ ਕਾਂਡ ਕਰਦੇ ਆ ਔਰ ਬਹੁਤ ਕਾਲਨਾ ਕਰਦੇ ਆ। ਕਿੰਨਾ ਜਿਹੜਾ ਹੈਗਾ, ਉਹ ਜਿਹੜੇ ਹੈਗੇ ਆ ਪਾਣੀ ਦੇ ਵਿੱਚ ਖੜੇ ਰਹਿੰਦੇ ਆ। ਫਿਰ ਜਿਹੜੇ ਹੈਗੇ ਅੱਗ ਜਿਹੜੀ ਹੈਗੀ, ਧੂਣੀਆਂ ਤਾਪਦੇ ਆ। ਫਿਰ ਇਸ ਤਰੀਕੇ ਨਾਲ ਸਵਾਸ ਚੜਾਉਂਦੇ ਆ। ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਕਸ਼ਟ ਦਿੰਦੇ ਆ ਸਰੀਰ ਨੂੰ। ਕਸ਼ਟ ਦੇ ਕੇ ਜਿਹੜੇ ਹੈਗੇ ਆ ਉਹ ਸਮਝਦੇ ਆ ਆਹੀ ਭਗਤੀ ਹੈਗੀ। ਕਹਿੰਦੇ ਤੈਂ ਸ਼ੈ ਬਾਤ ਨਾ ਪੁੱਛੀਏ, ਤੂੰ ਤਾਂ ਇਹ ਮਹਿੰਦੀ ਜਿਹੜੀ ਹੈਗੀ ਲਾਈ ਨਹੀਂ, ਕਬੂ ਨਾ ਲਾਈ ਪਾਏ। ਤੂੰ ਤਾਂ ਗੱਲ ਵੀ ਨਹੀਂ ਪੁੱਛੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਇੱਥੇ ਗੱਲ ਕੀ ਸਮਝਾ ਰਹੇ ਨੇ, ਬੜੀ ਸਿੰਪਲ ਜੀ ਗੱਲ ਹੈ। ਤੁਸੀਂ ਸੱਚ ਨੂੰ ਪ੍ਰਗਟ ਕਰ ਲਓ, ਤੁਸੀਂ ਮੁਕਤ ਅੱਜ ਦੇ ਅੱਜ ਤੁਸੀਂ ਸੰਸਾਰ ਤੋਂ ਜਾ ਸਕਦੇ। ਤੁਸੀਂ ਸੱਚ ਨੂੰ ਨਾ ਪਤਾ, ਤੁਸੀਂ ਨਹੀਂ ਮੁਕਤ ਹੋ ਸਕਦੇ। ਹਾਂ, ਸਿੰਪਲ। ਸੱਚ ਲਿਆਉਣਾ ਪੈਣਾ ਭਾਈ। ਸੱਚ ਨੂੰ ਪ੍ਰਗਟ ਕਰ ਦੋ ਜਿੱਥੇ ਸੱਚ ਹੈ। ਜਦੋਂ ਸੱਚ ਤੋਂ ਅੱਗੇ ਕੁਛ ਨਹੀਂ ਆ। ਹੁਣ ਬਾਣੀ ਚ ਕੀ ਕਹਿੰਦੇ ਨੇ ਕਿ ਕਈ ਲੋਕ ਨਾ ਦੇਖੋ ਬੜੀਆਂ ਉੱਚੀਆਂ ਗੱਲਾਂ ਕਰਦੇ ਨੇ, ਬੜੇ ਤਗੜੇ ਵਿਚਾਰ ਲੋਕਾਂ ਨੂੰ ਸਮਝਾਉਂਦੇ ਨੇ ਤੇ ਗੱਲਾਂ ਬੜੀਆਂ ਉੱਚੀਆਂ, ਤੇ ਫਿਰ ਜਦੋਂ ਕਰਨੀ ਤੇ ਆਉਂਦੇ ਨੇ ਇੱਕਦਮ ਟੈਂਟ ਹੈ ਫਿਸ਼। ਬਸ ਗੱਲਾਂ ਕੇਵਲ ਉੱਤੇ ਹੀ ਬਾਹਰੀ ਜਿੱਦਾਂ ਲੇਪ ਨਹੀਂ ਕੀਤਾ ਹੁੰਦਾ ਕਿ ਬਾਹਰੋਂ ਬੜਾ ਕਿਸੇ ਚੀਜ਼ ਨੂੰ ਸ਼ਿੰਗਾਰ ਦੀ ਤੇ ਅੰਦਰ ਕੁਛ ਨਹੀਂ, ਅੰਦਰ ਖੱਦਰ ਭੰਡਾਰ। ਨਿੱਜਾ ਸਾਹਿਬ ਬਿਲਕੁਲ। ਹਾਂ, ਬਾਣੀ ਕਹਿੰਦੀ ਹੈ ਕਿ ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸ ਨਿਕੋਰ। ਹਾਂਜੀ, ਤੇ ਇਸੇ ਤਰ੍ਹਾਂ ਇਨਸਾਨ ਕਈ ਬੜੀਆਂ ਉੱਚੀਆਂ ਗੱਲਾਂ ਕਰਦੇ ਆ। ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਪਤਾ ਕੀ ਆ, ਜਦੋਂ ਆਪਾਂ ਕਿਸੇ ਦੀ ਪੰਡ ਚੁਕਾਉਂਦੇ ਆ ਨਾ, ਸਭ ਤੋਂ ਪਹਿਲਾਂ ਗੱਲ ਤੇ ਤੁਹਾਨੂੰ ਝੁਕਣਾ ਪੈਣਾ, ਉਸ ਤੋਂ ਬਾਅਦ ਤੁਹਾਨੂੰ ਜ਼ੋਰ ਲਾਉਣਾ ਪਾਉਣਾ।
ਇਹ ਦੋਵੇਂ ਕੰਮ ਜ਼ਰੂਰੀ ਹੈ। ਔਰ ਜਿੰਨਾ ਚਿਰ ਤੱਕ ਅਸੀਂ ਸੋਚਦੇ ਹਾਂ ਕਿ ਇਹ ਸੰਸਾਰ ਦੇ ਉੱਪਰ ਬੈਠੇ ਆ ਕੇਵਲ ਗੱਲਾਂ ਕਰੀਏ, ਉੱਚੀਆਂ ਗੱਲਾਂ, ਦੇਖੋ ਆਪ ਜੀ ਪਲੀਜ਼ ਅੰਡਰਸਟੈਂਡ ਕਰੋ, ਗਿਆਨ ਪੜ੍ਹਨ ਦਾ ਵਿਸ਼ਾ ਤਾਂ ਹੈਗਾ ਹੀ ਆ, ਉਹਨੂੰ ਦੁਹਰਾਉਣ ਦੇ ਨਾਲ ਕੋਈ ਜ਼ਿਆਦਾ ਤੁਹਾਨੂੰ ਜੀਵਨ 'ਚ ਉਚਾਈ ਨਹੀਂ ਪ੍ਰਾਪਤ ਹੋਣੀ। ਬਿਲਕੁਲ ਸਹੀ ਗੱਲ ਹੈ ਜੀ, ਬਾਣੀ ਬਿਲਕੁਲ ਫਿਰ ਸਹੀ। ਕਹਿੰਦੀ ਆ, ਬਾਣੀ ਕਹਿੰਦੀ ਗੱਲੀਆਂ ਅਸੀਂ ਚੰਗੀਆਂ ਅਚਾਰੀ ਬੁਰੀਆਂ। ਗੱਲੀਆਂ ਅਸੀਂ ਚੰਗੀਆਂ ਅਚਾਰੀ ਬੁਰੀਆਂ ਕਹਿਣ ਤੋਂ ਭਾਵ ਹੈ ਕਿ ਗੱਲਾਂ ਦੇ ਕੜਾਹ ਬੰਨੀ ਜਾਂਦੇ ਅਸੀਂ ਪੂਰਾ ਕਿ ਬੜੇ ਵੱਡੇ ਹੀ ਸੰਤ ਤੇ ਬੜਾ ਤੇ ਫਲਾਣਾ ਤੇ ਢਿਮਕਾ, ਪਰ ਜਦੋਂ ਅਸਲੀਅਤ ਤੌਰ ਤੇ ਇਮਤਿਹਾਨ ਦੀ ਕੜੀ ਆਉਂਦੀ ਹੈ, ਸੱਚ ਸਾਹਮਣੇ ਆਉਂਦਾ ਹੈ, ਸੱਚ ਕਹਿੰਦਾ ਮੈਨੂੰ ਪ੍ਰਗਟ ਕਰ, ਜੇ ਤੂੰ ਮਾਂ ਦਾ ਦੁੱਧ ਪੀਤਾ ਤੇ ਉਦੋਂ ਫਿਰ ਚੈਲੰਜ ਕਰਦਾ ਹੈ। ਉਦੋਂ ਗੁਰਕੀ ਸਾਹਿਬ ਕਾਮ, ਕ੍ਰੋਧ, ਲੋਭ, ਓਂਕਾਰ ਠਾ ਮਾਰ ਕੇ ਜਿਹੜਾ ਹੈਗਾ ਪਰੇ ਸੁੱਟ ਦਿੰਦੇ ਆ। ਮਾੜੇ ਦੇ ਵਿੱਚ ਹੀ ਮਾੜੀ ਜਿਹੜੀ ਹੈ ਉਹਨਾਂ ਦੀ ਸੱਟ ਵੀ ਸਾਰੀ ਨਹੀਂ ਜਾਂਦੀ। ਤੇ ਇੱਥੇ ਹੁਣ ਕਈ ਬੰਦੇ ਗਰੁੱਪ ਛੱਡ ਕੇ ਭੱਜ ਜਾਂਦੇ ਕਿਉਂਕਿ ਉੱਥੇ ਸੱਚ ਤੇ ਬੜਾ ਮਹਿੰਗਾ ਸੌਦਾ। ਉੱਥੇ ਕੀਮਤ ਹੈ ਉਹਦੀ ਪ੍ਰਮਾਤਮਾ ਦੀ। ਪ੍ਰਮਾਤਮਾ ਕਿਉਂ ਨਹੀਂ ਪ੍ਰਗਟ ਹੋ ਰਿਹਾ? ਉਹ ਤੇ ਹੋ ਰਿਹਾ। ਉਹ ਤੇ ਕਹਿੰਦਾ ਆ ਜਾ, ਪਰ ਕੀਮਤ ਦੇ ਤੇ ਲੈ ਜਾ ਵਸਤੂ। ਭਗਤੀ ਇੱਕ ਵਿਧੀ ਹੈ। ਭਗਤੀ ਦਾ ਤੁਹਾਨੂੰ ਇੱਕ ਤਰੀਕਾ ਸਮਝਾਇਆ, ਧਿਆਨ ਸਿਮਰਨ, ਕਿ ਕਿਸੇ ਤਰੀਕੇ ਨਾਲ ਜੇ ਆਪਾਂ ਕਮਜ਼ੋਰ ਹਾਂ, ਜਿੱਦਾਂ ਆਪਾਂ ਦੇਖੋ ਮੈਨੂੰ ਤੁਸੀਂ ਕਹੋ ਕਿ ਚਰਨਜੀਤ ਏਦਾਂ ਕਰ 50 ਕਿਲੋ ਵਜਨ ਚੁੱਕ, ਮੇਰੇ ਕੋਲ ਨਹੀਂ ਚੁੱਕਿਆ ਜਾਂਦਾ। ਫਿਰ ਮੈਨੂੰ ਤੁਸੀਂ ਇੱਕ ਤਰੀਕਾ ਹੋਰ ਸਮਝਾਉਂਦੇ ਜੋ ਏਦਾਂ ਕਰ ਵੀ ਆ ਖੁਰਾਕ ਲੈ ਜਾ, 5-7 ਕਿਲੋ ਬਦਾਮ ਲੈ ਜਾ, ਫਲਾਨਾ ਫਰੂਟ ਖਾ, ਆ ਫਲਾਨੀ ਚੀਜ਼ ਖਾ, ਤੂੰ ਏਦਾਂ ਕਰ, ਜਿਮ ਜੁਆਇਨ ਕਰ ਲਾ। ਮੈਂ ਐਕਸਰਸਾਈਜ਼ ਕੀਤੀ ਨਿੱਜਾ ਸਾਹਿਬ, 3-4 ਮਹੀਨੇ ਚ ਕਾਫੀ ਸ਼ਕਤੀ ਆ ਗਈ, 50 ਕਿਲੋ ਨੂੰ ਮੈਂ ਰਮਾਨ ਨਾਲ ਚੁੱਕ ਲੈਣਾ। ਇਸੇ ਤਰ੍ਹਾਂ ਧਿਆਨ ਸਿਮਰਨ ਹੈ। ਧਿਆਨ ਸਿਮਰਨ ਕੀ ਹੈ ਕਿ ਤੁਸੀਂ ਆਪਣੇ ਅੰਦਰ ਸਮਰੱਥਾ ਪੈਦਾ ਕਰਨੀ ਹੈ, ਸ਼ਕਤੀ। ਪ੍ਰਮਾਤਮਾ ਨੇ ਇੱਕ ਆਪਸ਼ਨ ਦਿੱਤਾ ਹੈ, ਔਰ ਇਹ ਮੈਂ ਵੀ ਸੋਚ ਕੇ ਹੈਰਾਨ ਹੁੰਦਾ ਗਿਆਨ ਆਇਆ ਕਿੱਥੋਂ। ਆਤਮਾ ਦਾ ਗਿਆਨ ਜੇਕਰ ਪ੍ਰਮਾਤਮਾ ਨਹੀਂ ਨਾ ਸੰਸਾਰ ਚ ਪਾਉਂਦਾ ਤੇ ਪਤਾ ਵੀ ਨਹੀਂ ਲੱਗਣਾ ਸੀ। ਬਿਲਕੁਲ ਸਹੀ ਗੱਲ। ਹੁਣ ਆਪ ਦੇ ਦੇਖੋ, ਤੁਸੀਂ ਵੇਖੋ ਹੁਣ ਸਾਰੇ ਆਪਾਂ ਕਿੰਨੇ ਚਿਰ ਦੀ ਬਾਣੀ ਪੜ੍ਹਦੇ ਆ, ਤੁਸੀਂ ਕਿਤੇ ਸੋਚਿਆ ਸੀ ਜ਼ਿੰਦਗੀ ਚ ਸਭ ਤੋਂ ਔਖਾ ਕੰਮ ਕੀ ਵਿਚਾਰਾਂ ਨੂੰ ਮਾਰਨਾ? ਗੁਰੂ ਨਾਨਕ ਪਾਤਸ਼ਾਹ ਨੇ ਤੇ ਗੱਲ ਹੀ ਖਤਮ ਕੀਤੀ ਸੀ, ਪਰ ਪਤਾ ਹੀ ਨਹੀਂ ਲੋਕਾਂ ਨੂੰ। ਉਹ ਇੱਥੇ ਕਮਾਈ ਜਾਂਦੇ ਨੇ। ਹੁਣ ਵੀ ਇੱਥੇ ਚੰਗੇ ਸੰਤ ਆ, ਸਵੇਰੇ ਮੈਂ ਵੇਖਣਾ ਸਾਰਾ ਦਿਨ ਇਤਿਹਾਸ ਹੀ ਸੁਣਾਈ ਜਾਂਦੇ ਨੇ। ਉਹ ਇਤਿਹਾਸ ਚ ਕੀ ਰੱਖਿਆ? ਠੀਕ ਆ, ਇਤਿਹਾਸ ਸੁਣਾਓ, ਗੱਲ ਕਰੋ ਪੁਆਇੰਟ ਦੀ, ਅਗਲੇ ਦੇ ਪੱਲੇ ਪਵੇ। ਅਗਲੇ ਨੂੰ ਆਸਕ ਦੱਸੋ ਵੀ ਆਹ ਕੰਮ ਹੈ, ਬਾਣੀ ਚ ਲਿਖਿਆ, ਆਹ ਕਰਨਾ ਵਾ, ਸੱਚ ਤੇ ਚੱਲਣਾ। ਕਲੇਮ ਕਿੱਦਾਂ ਕਰੇ? ਉਹ ਪਹਿਲਾਂ ਉਹਨੂੰ ਖੁਦ ਚੱਲਣਾ ਪੈਣਾ। ਉਹ ਜਿੱਦਾਂ ਗੁੜ ਨਹੀਂ ਕਹਿੰਦਾ ਸੀ, ਉਹ ਸੰਤ ਕਹਿੰਦਾ ਗੁੜ ਤੇ ਮੈਂ ਆਪ ਖਾਂਦਾ, ਮੈਂ ਰਾਜੂ ਨੂੰ ਕਿੱਦਾਂ ਕਹਾਂਗੀ ਨਾ ਖਾ। ਪੰਗਾ ਤੇ ਉੱਥੇ ਪੈਣਾ ਨਿੱਜਾ ਸਾਹਿਬ। ਬਿਲਕੁਲ। ਸੱਚ ਨੂੰ ਦੱਸਣ ਦੇ ਲਈ ਤੁਹਾਡੇ ਕੋਲ ਭਾਈ ਸਾਹਿਬ ਬੈਂਕ 'ਚ 1-2 ਰੁਪਏ ਚਾਹੀਦੇ ਆ, ਫਿਰ ਦੇ ਦਿਓ। ਹੁਣ ਮੇਰੇ ਬੈਂਕ ਹੋਵੇ 0 ਬੈਲੈਂਸ, ਉੱਥੋਂ ਮੈਂ ਚੈੱਕ ਕੱਢਦਾ, ਉਹ ਚੈੱਕ ਤੇ ਮੇਰਾ ਕੋਈ ਕੰਮ ਦਾ ਹੀ ਨਹੀਂ ਹੈਗਾ, ਉਹ ਕਿਉਂਕਿ ਬੈਲੈਂਸ ਹੀ ਨਹੀਂ ਹੈਗਾ। ਇਸੇ ਲਈ ਸੱਚ ਨੂੰ ਪਹਿਲਾਂ ਪਕਾਓ, ਸੱਚ ਨੂੰ ਗ੍ਰਹਿਣ ਕਰੋ, ਸੱਚ ਫਿਰ ਆਉਂਦਾ ਹੈ। ਔਰ ਸੱਚ ਦੇ ਵਿੱਚ ਚੱਲਣ 'ਚ ਹੀ ਫਾਇਦਾ ਹੈ। ਵੈਸੇ ਵੀ ਮੈਂ ਕਹਿੰਦਾ ਸਿੰਪਲ ਜੀਵਨ ਬਤੀਤ ਕਰੋ ਯਾਰ, ਛੱਡੋ ਖੜਾ, ਬਹੁਤੇ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ। ਸਾਦਗੀ ਕੀ ਹੈ? ਰੋਟੀ ਪਾਣੀ ਤੇ ਮਿਲਣਾ ਹੀ ਮਿਲਣਾ। ਪਰ ਇਹ ਜੀਵਨ ਦਾ ਇੱਕ ਵੱਖਰਾ ਨਜ਼ਰੀਆ। ਜੀਵਨ 'ਚ ਜੇ ਸੁੱਖ ਲੈਣਾ, ਜ਼ਿੰਦਗੀ ਦਾ ਮਜ਼ਾ ਲੈਣਾ ਨਾ, ਤੇ ਸੱਚ ਨੂੰ ਲੈ ਕੇ ਆਓ, ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ। ਸੱਚ ਨੂੰ ਅਸੀਂ ਖੁਦ ਉਹਨੂੰ ਦੱਬ ਦਿੰਦੇ ਹਾਂ, ਉਹਨੂੰ ਪ੍ਰਗਟ ਨਹੀਂ ਹੋਣ ਦਿੰਦੇ। ਹੋਰ ਬੰਦਾ ਕਿਉਂ 84 'ਚ ਘੁੰਮ ਰਿਹਾ? ਕਿਉਂਕਿ ਬੰਦਾ ਸੱਚ ਨੂੰ ਹਜਮ ਨਹੀਂ ਕਰ ਪਾ ਰਿਹਾ। ਇਹਦੇ ਹਾਜ਼ਮੇ 'ਚ ਇੰਨੀ ਪਾਵਰ ਨਹੀਂ ਹੈਗੀ। ਤੇ ਫਟਾਕ ਦੀ ਮਾੜਾ ਜਿਹਾ ਦੁੱਖ ਆਇਆ ਤੇ ਫਟਾਕ ਸੱਚ ਨੂੰ ਛੱਡ ਕੇ ਤੇ ਝੂਠ ਨਾ ਹੋ ਜਾਂਦਾ। ਨਿੱਜਾ ਸਾਹਿਬ ਬਿਲਕੁਲ ਸਹੀ ਹੈ ਜੀ। ਸੱਚ ਦਾ ਪੱਲਾ ਛੱਡ ਦਿੰਦੇ। ਤੇ ਫਿਰ ਉਹ ਵੇਖੋ, ਜਦੋਂ ਪਰਮਾਤਮਾ ਨੂੰ ਜਿਹਨੇ ਸਾਰੀ ਸ੍ਰਿਸ਼ਟੀ ਰਚੀ ਹੈ, ਜੋ ਸਭ ਤੋਂ ਪਾਵਰਫੁਲ ਆ, ਜੇਕਰ ਆਪਾਂ ਉਹਨੂੰ ਛੱਡ ਕੇ ਤੇ ਇੱਕ ਮਾਇਆ ਦੇ ਪਿੱਛੇ ਲੱਗ ਜਾਂਦੇ ਆ, ਤਾਂ ਆਪ ਜਸਟ ਦੇਖੋ ਕਿ ਕਿੱਡਾ ਕੁ ਵਧੀਆ ਸੌਦਾ ਕੀਤਾ। ਫਿਰ ਤੇ ਆਲੂ ਗੰਢੇ ਖਰੀਦਣ ਵਾਲਾ ਹਿਸਾਬ ਹੋਇਆ। ਇਹਨੇ ਸਬਜ਼ੀ ਲੈ ਲਈ ਹੈ, ਕਿਸੇ ਨੇ ਆਪਣਾ ਜ਼ਮੀਰ 2 ਕਿਲੋ ਆਲੂਆਂ ਬਦਲੇ ਵੇਚਦਾ ਹੈ, ਕਿਸੇ ਨੇ ਕਬਾੜੀਏ ਨੂੰ ਵੇਚਦਾ ਹੈ। ਸੋ ਏਦਾਂ ਇਹ ਤੁਸੀਂ ਦੇਖ ਲਓ, ਤੁਸੀਂ ਆਪਣੇ ਜੀਵਨ ਨੂੰ ਨਜ਼ਰ ਮਾਰੋ, ਤੁਸੀਂ ਵੇਖ ਲਓ ਕਿੱਥੇ ਤੁਸੀਂ ਲੋਸ ਕੀਤਾ, ਕਿੱਥੇ ਤੁਸੀਂ ਪ੍ਰੋਫਿਟ ਕੀਤਾ। ਕਿਸੇ ਨੂੰ ਤੇ ਦੱਸਣ ਦੀ ਲੋੜ ਹੀ ਨਹੀਂ, ਉਹ ਤੁਹਾਨੂੰ ਖੁਦ ਗਿਆਨ ਹੋ ਜਾਣਾ। ਹਾਂਜੀ ਨਿੱਜਾ ਸਾਹਿਬ ਅੱਗੇ ਚੱਲੀਏ। ਅੱਜ ਨਾ ਗੁਰਕੀ ਸਾਹਿਬ, ਅੱਜ ਸਵੇਰ ਦੀ ਜਿਹੜੀ ਵਿਚਾਰ ਸੀਗੀ, ਕਬੀਰ ਸਾਹਿਬ ਦੀ ਬਾਣੀ ਚੱਲ ਰਹੀ ਸੀ ਸਵੇਰੇ ਵੀ। ਤਿਲੰਗ ਰਾਗ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਚੱਲ ਰਹੀ ਸੀ। ਪਹਿਲਾ ਹੀ ਸ਼ਬਦ ਕਬੀਰ ਸਾਹਿਬ ਦਾ ਲਿਆ, ਕਪਾਟ ਖੋਲਤੇ। ਉਹ ਕਬੀਰ ਜੀ ਕਹਿੰਦੇ ਬੇਦ ਕਤੇਬ ਇਫਤਰਾ ਪਾਈ,
ਦਿਲ ਕਾ ਫਿਕਰ ਨਾ ਜਾਏ। ਕਹਿੰਦੇ ਵੇਦ ਕਤੇਬ ਜਿਹੜੇ ਗਿਆਨ ਹੈਗੇ ਆ, ਇਹ ਗਿਆਨ ਦੇ ਵਿੱਚ ਵਿਸਤਾਰ ਹੈਗਾ ਆ, ਪਰ ਇਹਦੇ ਨਾਲ ਜਿਹੜਾ ਹੈਗਾ ਤੇਰੇ ਦਿਲ ਤੋਂ ਸਹਿਮ ਨਹੀਂ ਜਾ ਸਕਦਾ, ਤੇਰੀ ਚੜ੍ਹਾਈ ਨਹੀਂ ਹੋ ਸਕਦੀ ਇਹਦੇ ਨਾਲ। ਇਹ ਮਾਲਕ ਪਰਮਾਤਮਾ ਦੀ ਤੇਰੀ ਆਤਮਾ ਦੀ ਨੇੜਤਾ ਨਹੀਂ ਹੋ ਸਕਦੀ ਗਿਆਨ ਦੇ ਨਾਲ। ਕਹਿੰਦੇ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ। ਹੁਣ ਟੁਕ ਦਮ ਕਰਾਰੀ ਇਹ ਜਿਹੜਾ ਹੈਗਾ ਕਹਿੰਦੇ ਜੀ ਇੱਕ ਥੋੜ੍ਹੇ ਸਮੇਂ ਵਾਸਤੇ ਜਿਹੜਾ ਹੈਗਾ ਇਹ ਮਨ ਨੂੰ ਖੜਾ ਕਰ ਲਓ। ਮਨ ਪਤੰਦਰ ਜਿਹੜਾ ਹੈਗਾ ਕਿਵੇਂ ਖੜਾ ਹੋਊਗਾ ਭਾਈ? ਇੱਥੇ ਕਹਿ ਰਹੇ ਆ ਭਾਈ ਟੁਕ ਦਮ ਕਰਾਰੀ ਦਾ ਮਤਲਬ ਹੁੰਦਾ ਆ ਬਹੁਤ ਹੀ ਮਜ਼ਬੂਤ। ਕਹਿੰਦੇ ਟੁਕ ਦਮ ਇਹ ਮਨ ਜਿਹੜਾ ਹੈਗਾ ਬੱਚਾ ਹੈਗਾ, ਜਿਵੇਂ ਬੱਚਾ ਬਾਰ-ਬਾਰ ਸ਼ੈਤਾਨੀਆਂ ਕਰਦਾ ਹੈ, ਬਾਰ-ਬਾਰ ਜਿਹੜਾ ਗਲਤੀਆਂ ਕਰਦਾ ਹੈ, ਕਹਿੰਦੇ ਇਹਦੇ ਉੱਤੇ ਜਰਾ ਤਕੜਾ ਹੋ ਜਾਏ, ਇਹਦੇ ਉੱਤੇ ਕਰਾਰਾ ਜਾਏ, ਇਹਨੂੰ ਜਰਾ ਰੋਕ ਜਰਾ ਚੰਗੀ ਤਰ੍ਹਾਂ। ਟੁਕਦਮ ਕਰਾਰੀ ਜੋ ਕਰੋ ਤਾਂ ਹਾਜ਼ਰ ਹਜੂਰ ਖੁਦਾਏ। ਕਹਿੰਦੇ ਇਹਨੂੰ ਰੋਕ, ਮਨ ਨੂੰ, ਪਤੰਦਰ ਨੂੰ ਕਿੱਧਰ ਜਾ ਰਿਹਾ ਆ। ਕਹਾਂ ਚਲੋ ਮਨ ਰਹੋ ਘਰੇ। ਜਦ ਇਸ ਤਰ੍ਹਾਂ ਆਪਾਂ ਜਿਹੜੇ ਹੈਗੇ ਥੋੜ੍ਹਾ ਜਿਹਾ ਇਹਦੇ ਮਨ ਦੇ ਉੱਤੇ ਸਖਤੀ ਕਰਦੇ ਹਾਂ ਅਤੇ ਹਾਜ਼ਰ ਹਜੂਰ ਖੁਦਾਏ। ਆਹ ਜਿਹੜਾ ਅੱਜ ਸੀਗਾ ਗੋਰਖੀ ਸਾਹਿਬ, ਬੜਾ ਕਮਾਲ ਦਾ ਗਿਆਨ ਸੀਗਾ। ਹਾਂਜੀ, ਦੇਖੋ ਕਹਿੰਦੇ ਨੇ ਕਿ ਤੁਸੀਂ ਉਹ ਗ੍ਰੰਥਾਂ ਨੂੰ ਪੜ੍ਹ ਲਓ। ਠੀਕ ਹੈ, ਗ੍ਰੰਥਾਂ ਨੂੰ ਪੜ੍ਹਨਾ ਕੋਈ ਮਾੜੀ ਚੀਜ਼ ਨਹੀਂ ਹੈ, ਪਰ ਹੁਣ ਤੁਸੀਂ ਇੱਕ ਇੰਜੀਨੀਅਰ ਦੀ ਬੁੱਕ ਪੜ੍ਹੋਗੇ, ਡਾਕਟਰ ਦੀ ਬੁੱਕ ਪੜ੍ਹੋਗੇ, ਗੱਲ ਖਤਮ ਹੋ ਗਈ? ਨਹੀਂ। ਜੇਕਰ ਡਾਕਟਰ ਦੀ ਕਿਤਾਬ ਪੜ੍ਹ ਕੇ ਕੇਵਲ ਗੱਲ ਖਤਮ ਹੋ ਜਾਂਦੀ, ਫਿਰ ਪ੍ਰੈਕਟਿਸ ਕਿੰਨੇ ਕਰਨੀ ਸੀ? ਮਰੀਜ਼ਾਂ ਦਾ ਇਲਾਜ ਕਿੰਨੇ ਕਰਨਾ ਸੀ? ਗੋਰਖੀ ਸਾਹਿਬ ਜੋ ਨਾ ਇੰਜੀਨੀਅਰਿੰਗ ਦੇ ਵਿੱਚ, ਮੈਡੀਕਲ ਦੇ ਵਿੱਚ ਅੱਧਾ ਸਮਾਂ ਪ੍ਰੈਕਟੀਕਲ 'ਚ ਜਾਂਦਾ ਹੈ। ਫਾਈਨਲ ਦੇ ਵਿੱਚ ਜਾ ਕੇ ਤਾਂ ਬਹੁਤ ਹੀ ਪ੍ਰੈਕਟੀਕਲ 6 ਮਹੀਨੇ ਪ੍ਰੈਕਟੀਕਲ ਹੁੰਦੇ ਆ। ਹਾਂ ਬਿਲਕੁਲ, ਤੇ ਉਹੀ ਗੱਲ ਹੈ। ਉਹ ਕਹਿੰਦੇ ਆ ਕਿ ਤੁਕ ਦਮ ਕਰਾਰੀ ਜੇ ਕਰੇ ਤੇ ਹਾਜ਼ਰਾ ਹਜੂਰ ਖੁਦਾਏ। ਕਹਿੰਦਾ ਜੇ ਤੇਰਾ ਮਨ ਇੱਕ ਪਲ ਦੇ ਲਈ ਵੀ ਵਿਚਾਰਾਂ ਤੋਂ ਮੁਕਤ ਹੋ ਜਾਂਦਾ ਹੈ ਤੇ ਤੂੰ ਜਿਹਨੂੰ ਅਨੁਭਵ ਕਰੇਗਾ ਉਹ ਆਤਮਾ ਹੈ ਤੇਰੀ। ਬਿਲਕੁਲ। ਦੇਖੋ ਹੁਣ ਆਤਮਾ ਦੇ ਵਿੱਚ ਜਾਣਾ, ਉਹ ਕਹਿੰਦੇ ਕਿ ਕਬੀਰ ਸਾਹਿਬ ਦੇ ਸਿੱਧੀ ਜੀ ਗੱਲ ਕਰ ਗਏ, ਤੁਕ ਦਮ ਕਰਾਰੀ ਜੇ ਕਰੇ। ਜੇ ਤੂੰ ਇੱਕ ਪਲ ਵੀ ਆਪਣੇ ਮਨ ਨੂੰ ਰੋਕ ਲੈਣਾ ਹੈ ਤੇ ਤੈਨੂੰ ਫਿਰ ਕਿਤੇ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ। ਪਰਮਾਤਮਾ ਤੇਰੇ ਉਸ ਪਰਮਾਤਮਾ ਦੇ ਸਰੂਪ ਦੇ ਅੰਦਰ ਹੀ ਹੈ, ਤੈਨੂੰ ਉਹਨੇ ਘੇਰਿਆ ਹੋਇਆ ਔਰ ਤੈਨੂੰ ਨਹੀਂ ਪਤਾ ਲੱਗਦਾ। ਔਰ ਇਹ ਦੇਖੋ ਇਹਨੇ ਕਿੰਨੀ ਬਾਣੀ ਚ ਗੱਲ ਸਮਝਾਈ ਹੈ। ਹੁਣ ਕਿੰਨਿਆਂ ਨੂੰ ਪਤਾ ਹੈ? ਆਪ ਜਸਟ ਦੇਖੋ ਕਿੱਦਾਂ ਲੰਮੇ ਪਈ ਜਾਂਦੇ ਨੇ। ਹੁਣ ਮੈਂ ਸਵੇਰੇ ਵੇਖਣਾ, ਕਈ ਵਾਰ ਵੇਖਣਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਖੋ ਕਿੰਨਾ ਦਰਬਾਰ ਸਾਹਿਬ ਚ ਆ, ਕਿੰਨਾ ਵਾ, ਬਹੁਤ ਜ਼ਿਆਦਾ। ਪਰ ਸਟਨਲੀ ਦੇਖੋ ਕੁਝ ਜਿਹੜੇ ਸਰੂਪ ਹੈਗੇ ਲੋਕੀ ਕਿੱਦਾਂ ਲੰਮੇ ਪਈ ਜਾਂਦੇ, ਪਤਾ ਨਹੀਂ ਔਖੇ ਹੋ ਕੇ ਕਿੱਦਾਂ ਭੀੜ ਦੇ ਵਿੱਚ ਵੜ ਕੇ ਹੱਥ ਲਾਉਂਦੇ ਆ। ਆਪ ਜਸਟ ਸੋਚੋ ਕਿ ਹੱਥ ਲਾਉਣ ਦੇ ਨਾਲ ਕੁਛ ਪ੍ਰਾਪਤੀ ਹੈਗੀ ਆ? ਕਿੱਦਾਂ ਆਪਾਂ ਉਹ ਕੀੜਿਆਂ ਵਾਂਗੂ ਉਹ ਪਾਲਕੀ ਸਾਹਿਬ ਨੂੰ ਕਿਤੇ ਐਨੂੰ ਖਿੱਚੀ ਜਾਂਦੇ, ਜਦ ਕਿ ਦੂਜੇ ਸਰੂਪ ਵੀ ਨਿੱਜਾ ਸਾਹਿਬ ਕੇ ਫਰਕ ਹੈਗਾ ਵਾ। ਨਾ ਬਿਲਕੁਲ ਸੇਮ ਉਹੀ ਸਰੂਪ ਹੈ। ਪਿੰਡ ਵਾਲਾ ਸਰੂਪ ਵੀ ਉਹੀ ਹੈਗਾ ਭਾਈ, ਬਿਲਕੁਲ ਉਹੀ ਸਰੂਪ। ਪਿੰਡ ਜਿਹੜੇ ਗੁਰਦੁਆਰੇ, ਛੋਟੇ ਜਿਹੇ ਗੁਰਦੁਆਰੇ 'ਚ ਉਹੀ ਸਰੂਪ ਹੈਗਾ, ਉਹੀ ਸਾਰਾ ਕੁਛ ਹੈ ਉਹਦੇ ਵਿੱਚ ਵੀ। ਆਹ ਤੇ ਵੇਖੋ ਆਪਾਂ ਲੋਕ ਉਦਾਂ ਹੀ ਕਰਦੇ ਹਾਂ। ਔਰ ਉਹ ਚੀਜ਼ ਤੋਂ ਇਹੋ ਪਤਾ ਲੱਗਦਾ ਕਿ ਕੇਵਲ ਅਸੀਂ ਉਹ ਕੰਮ ਕਰਨਾ ਚਾਹੁੰਦੇ ਹਾਂ ਜਿਹੜਾ ਬਹੁਤ ਆਸਾਨ ਹੈ। ਸੱਚ ਨੂੰ ਪ੍ਰਾਪਤ ਕਰਨਾ ਮਹਿੰਗੀ ਵਸਤੂ ਹੈ। ਬੰਦਾ ਜਿਹੜਾ ਮਨੁੱਖ ਧਾਰਮਿਕ ਦਿਖਾਈ ਦੇਣਾ ਚਾਹੁੰਦਾ ਹੈ, ਮਨੁੱਖ ਕਦੇ ਵੀ ਧਾਰਮਿਕ ਨਹੀਂ ਬਣਨਾ ਚਾਹੁੰਦਾ। ਇੱਥੋਂ ਤੱਕ ਅਸੀਂ ਵੀ ਨਹੀਂ ਬਣਨਾ ਚਾਹੁੰਦੇ। ਠੀਕ ਹੈ ਜੀ। ਹੁਣ ਦੇਖੋ ਸਾਡਾ ਮਨ ਆ, ਮਨ ਕੀ ਕਰਦਾ ਹੈ? ਤੁਹਾਡਾ ਮਨ ਇੱਕ ਜਿੱਦਾਂ ਪ੍ਰਿਜ਼ਮ ਹੁੰਦਾ ਨਿੱਜਾ ਸਾਹਿਬ, ਉਹ ਕੀ ਹੁੰਦਾ? ਕੱਚ ਦਾ। ਹਾਂਜੀ, ਪ੍ਰਿਜ਼ਮ ਹੁੰਦਾ। ਪ੍ਰਿਜ਼ਮ, ਹਾਂਜੀ ਪ੍ਰਿਜ਼ਮ ਹੁੰਦਾ ਜਿਹਦੇ ਚੋਂ, ਹਾਂਜੀ ਪ੍ਰਿਜ਼ਮ ਜਿਹ ਚ ਕਿਰਨ ਵੱਜਦੀ ਹੈ। ਵੇਖੋ ਉਹ ਚ ਜਿਹੜੀ ਪ੍ਰਕਾਸ਼ ਦੀ ਕਿਰਨ ਹੁੰਦੀ ਉਹ ਚਿੱਟੀ ਹੁੰਦੀ ਹੈ। ਉਹ ਰੰਗ ਸਾਰੇ 7 ਰੰਗ ਆ ਜਾਂਦੇ ਉਹਦੇ ਵਿੱਚੋਂ। ਇਸੇ ਹੀ ਤਰ੍ਹਾਂ ਜਿਹੜਾ ਸਾਡਾ ਚਿੱਤ ਆ, ਚਿੱਤ ਚ ਜਦੋਂ ਪ੍ਰਕਾਸ਼, ਆਤਮਾ ਦਾ ਪ੍ਰਕਾਸ਼ ਵੱਜਦਾ ਹੈ ਤਾਂ ਫਿਰ ਚਿੱਤ ਦੇ ਜਿਹੜੇ ਸੰਸਕਾਰ ਆ ਉਹ ਕੀ ਕਰਦੇ ਆ? ਉਹਦਾ ਰੰਗ ਬਣਾ ਦਿੰਦੇ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਫਿਰ ਉਹਨੂੰ ਰੰਗਾਂ ਨੂੰ ਆਪਾਂ ਦੇਖਦੇ ਹਾਂ, ਉਹ ਰੰਗ ਸਾਡਾ ਜੀਵਨ ਕੰਟਰੋਲ ਕਰਦੇ ਆ। ਦੇਖੋ ਜਿੰਨਾ ਚਿਰ ਤੱਕ ਇਹ ਰੰਗ, ਦੇਖੋ ਪਤਾ ਕੀ ਆ, ਜਿੰਨਾ ਚਿਰ ਇਹ ਰੰਗ ਵੱਖੋ ਵੱਖ ਬਣਦੇ ਪਏ ਨਾ ਤੇ ਸਮਝ ਲਓ ਮਜ਼ਾ ਨਹੀਂ ਆ। ਕਿਉਂਕਿ ਜਦੋਂ ਆਤਮਾ ਦਾ ਰੰਗ ਵੱਜਿਆ ਤੇ ਆਤਮਾ ਹੀ ਅੱਗੇ ਪ੍ਰਗਟ ਹੋਣੀ ਚਾਹੀਦੀ ਆ। ਤੇ ਅੱਗੇ ਕੀ ਪ੍ਰਗਟ ਹੋਣਾ ਚਾਹੀਦਾ? ਸੱਚ। ਤੇ ਫਿਰ ਤੁਸੀਂ ਬਿਲਕੁਲ ਠੀਕ ਜੋ, ਫਿਰ ਤੁਸੀਂ ਬ੍ਰਹਮ ਗਿਆਨੀ ਜੋ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਇੰਨੀ ਗੱਲ ਕਹੀ ਗਈ ਨਾ ਕਿ ਤੁਹਾਡੇ
ਚਿੱਤ 'ਚ ਕੋਈ ਤਰੰਗ ਵੱਜੇ ਆਤਮਾ ਦੀ ਤੇ ਉਸ ਨੂੰ ਸੱਚ ਦੇ ਰੂਪ 'ਚ ਪ੍ਰਗਟ ਕਰ ਦਿਓ। ਸਮਝ ਲਓ ਤੁਸੀਂ ਕੁਛ ਨਹੀਂ ਲਾਇਆ ਤੇ ਕੁਛ ਨਹੀਂ ਕੁਛ ਲਾਇਆ, ਸੱਚ ਨੂੰ ਪ੍ਰਗਟ ਕਰ ਦਿੱਤਾ ਤੇ ਤੁਸੀਂ ਸਮਝ ਲਓ ਕਿ ਤੁਹਾਡਾ ਜਿਹੜਾ ਪ੍ਰਿਜ਼ਮ ਆ ਉਹ ਨਿਰਮਲ ਹੋ ਗਿਆ। ਇਹੋ ਹੀ ਜੀਵਨ ਦਾ ਆਖਰੀ ਲਕਸ਼ ਹੈ। ਜਿਹੜਾ ਬੰਦਾ ਇਸ ਨੂੰ ਕਰ ਲੈਂਦਾ ਉਹੀ ਬੰਦਾ ਮੁਕਤ। ਸੱਚੋ ਉਰੇ ਸਭ ਕੁਛ, ਉੱਪਰ ਸੱਚ ਆਚਾਰ। ਉੱਪਰ ਸੱਚ ਆਚਾਰ, ਸਭ ਤੋਂ ਉੱਪਰ। ਸੱਚ ਤੋਂ ਵੀ ਅੱਗੇ ਕਿਹੜਾ ਹੈ? ਸੱਚ ਆਚਾਰ। ਉਸ ਕੱਚ ਦੇ ਵਿੱਚ ਜਦੋਂ ਚਿੱਤ 'ਚ ਤੁਹਾਡੇ ਕੋਈ ਤਰੰਗ ਵੱਜਦੀ ਆਤਮਾ ਦੀ ਜਿਹੜੀ ਆ ਰਹੀ ਹੈ, ਤੁਸੀਂ ਉਹਨੂੰ ਛੱਡੋ ਨਾ, ਬਸ ਉਹਨੂੰ ਸੱਚ ਦੇ ਰੂਪ 'ਚ ਪ੍ਰਗਟ ਕਰ ਦਿਓ, ਬਸ ਖਤਮ ਕਹਾਣੀ। ਰਾਮ ਕਬੀਰਾ ਏਕ ਵੇ ਤੇ ਕੋਈ ਨਾ ਸਕੇ ਪਛਾਣੀ, ਕਿਉਂਕਿ ਪਿੱਛੋਂ ਦੇ ਜੋ ਰਾਮ ਨੇ ਕਹਿਤਾ ਹੈ, ਕਬੀਰ ਨੇ ਪ੍ਰਗਟ ਕਰਤਾ, ਗੱਲ ਖਤਮ ਹੋ ਗਈ। ਕਬੀਰ ਨੇ ਕੁਛ ਲਾਇਆ ਨਹੀਂ ਹੈ। ਬਾਣੀ 'ਚ ਵੇਖੋ, ਬਾਣੀ ਫੇਰ ਤੋਂ ਕਹੋਦੀ, ਜੈਸੀ ਆਵੇ ਖਸਮ ਕੀ ਬਾਣੀ ਤੈਸਾ ਕਰਾਂ, ਤੈਸੜਾ ਕਰੀ ਗਿਆਨ ਵੇਲਾ ਲੋ। ਜਿੱਦਾਂ ਦੀ ਆਉਂਦੀ ਹੈ ਮਗਰੋਂ, ਜੇ ਪਿਓਰ ਆਉਂਦੀ ਹੈ ਤੇ ਪਿਓਰ ਨੂੰ ਸਪਲਾਈ ਦੇ ਰਿਹਾ ਮੈਂ ਅੱਗੇ, ਮੈਂ ਉਹ 'ਚ ਕੁਛ ਇੰਟਰਫੇਰੈਂਸ ਨਹੀਂ ਕਰਦਾ। ਤੇ ਜਦੋਂ ਮੈਂ ਇੰਟਰਫੇਰੈਂਸ ਕਰ ਦੂੰਗਾ ਤੇ ਫਿਰ ਮੈਂ ਕੀ ਕਹੂੰਗਾ ਕਿ ਸਤਿਗੁਰ ਦਾ ਹੋਣਾ ਬੜਾ ਜ਼ਰੂਰੀ ਹੈ। ਸਤਿਗੁਰ ਦੇ ਗੋਡਿਆਂ ਨੂੰ ਹੱਥ ਲਾਓ, ਉੱਥੇ ਝਾੜੂ ਮਾਰੋ। ਇਹ ਸਾਰਾ ਕੀ ਹੈ? ਰਲਾਤਾ ਹੈ ਮੈਂ ਕੁਛ। ਬਿਲਕੁਲ। ਹੁਣ ਸੱਚ ਨਹੀਂ ਰਹਿ ਗਿਆ। ਹੁਣ ਸੱਚ ਨਹੀਂ ਰਹਿ ਗਿਆ ਤੇ ਸੱਚ 'ਚ ਮੈਂ ਕੁਛ ਪਾਤਾ ਤੇ ਫਿਰ ਉਹ ਬਾਣੀ ਕਹਿੰਦੇ ਪੜ ਗੱਡੇ ਲੱਦੀਏ। ਫਿਰ 2 ਚੱਕਰ 'ਚ ਪੈ ਗਈਆਂ, ਪੜੀ ਜਾ ਤੇ ਗੱਡੇ ਲੱਦੀ ਜਾ, ਕੁਛ ਨਹੀਂ ਹੈਗਾ। ਪਰਮਾਤਮਾ ਨੂੰ ਦੇਖੋ, ਪਰਮਾਤਮਾ ਨੂੰ ਜਾਣਨਾ ਹੈ ਨਾ, ਤੇ ਉਹ ਜਿੰਨਾ ਗਿਆਨ ਤੁਹਾਡੇ ਕੋਲ ਘੱਟ ਹੋਵੇ ਨਾ ਓਨਾ ਹੀ ਚੰਗਾ। ਲੋੜ ਤੋਂ ਜ਼ਿਆਦਾ ਗਿਆਨ ਵੀ ਜਿਹੜਾ ਨਾ ਉਹ ਭਰਮ ਪੈਦਾ ਕਰਦਾ, ਅਗਿਆਨ ਪੈਦਾ ਕਰਦਾ। ਜ਼ਿੰਦਗੀ ਚੱਲਣ ਦਾ ਵਿਸ਼ਾ ਹੈ, ਪੜ੍ਹਨਾ ਵੀ ਜ਼ਰੂਰੀ ਆ। ਕੁਝ ਚੀਜ਼ਾਂ ਤੁਸੀਂ ਕਿਤਾਬਾਂ 'ਚ ਨਹੀਂ ਪੜ੍ਹ ਸਕਦੇ। ਜਿੰਨਾ ਚਿਰ ਤੁਸੀਂ ਮੱਛੀ ਵਾਂਗੂ ਪੱਥਰ ਚੱਟ ਕੇ ਨਹੀਂ ਨਾ ਆਉਂਦੇ, ਤੁਹਾਨੂੰ ਨਹੀਂ ਪਤਾ ਲੱਗੇਗਾ। ਸਹੀ ਹੈ ਨਿਜਰ ਸਾਹਿਬ? ਬਿਲਕੁਲ। ਇਹ ਪ੍ਰੈਕਟੀਕਲ ਹੈ, ਮੈਂ ਤੇ ਆਪ ਕਰਕੇ ਵੇਖਿਆ। ਬਥੇਰੇ ਨੇ ਸਮਝਾਇਆ ਸੀ, ਪਰ ਜਦ ਤੱਕ ਮੱਛੀ ਪੱਥਰ ਨਹੀਂ ਚੱਟਦੀ ਉਹਨਾਂ ਚਿਰ ਗਿਆਨ ਨਹੀਂ ਪ੍ਰਾਪਤ। ਕੁਛ ਚੀਜ਼ਾਂ ਤੁਹਾਡੇ ਮਾਂ ਪਿਓ ਸਿਖਾ ਸਕਦੇ, ਤੁਹਾਡੇ ਟੀਚਰ ਸਿਖਾ ਸਕਦੇ, ਤੁਹਾਡੇ ਉਸਤਾਦ ਸਿਖਾ ਸਕਦੇ ਆ, ਔਰ ਕੁਛ ਚੀਜ਼ਾਂ ਜਿਹੜੀਆਂ ਸਾਨੂੰ ਵਕਤ ਸਿਖਾਉਂਦਾ ਹੈ। ਦੁਨੀਆ ਦਾ ਸਭ ਤੋਂ ਜ਼ਬਰਦਸਤ ਟੀਚਰ ਜਿਹੜਾ ਹੈਗਾ ਟਾਈਮ ਹੈ, ਉਹ ਸਿਖਾਉਂਦਾ ਹੈ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। कबीर जेह दर आवत जाते हो हटकै नाही कोय, ਸੋਦਰ कैसे छोड़िए जो दर ऐसा होए। ਕਬੀਰ ਜੀ ਕਹਿੰਦੇ ਆ, ਭਾਈ ਇਹ ਭਗਤੀ ਜਿਹੜੀ ਹੈਗੀ ਆ ਸੁਰਤ ਆਤਮਾ ਵੱਲ ਨੂੰ ਲਿਜਾਣੀ, ਦਸਮ ਦੁਆਰ ਦੀ ਖੇਡ ਜਿਹੜੀ ਹੈਗੀ ਆ, ਪ੍ਰਾਣ ਸ਼ਕਤੀ ਉੱਪਰ ਲੈ ਕੇ ਜਾਣੀ, ਉਸ ਦਰ ਦੇ ਉੱਤੇ ਸਰਮਖੰਡ ਦੇ ਬੈਠਣਾ। ਕਹਿੰਦੇ ਕਬੀਰ ਜਿਹਦਰ ਆਵਤ ਜਾਤੇ ਹੋ ਹਟਕੇ ਨਾ ਹੀ ਕੋਏ। ਉੱਥੇ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਰੁਕਾਵਟ ਨਹੀਂ ਪਾਉਂਦੇ ਹੁਣ, ਕਿਉਂਕਿ ਇਹਨਾਂ ਨੇ ਰੋਕਣਾ ਹੈ, ਇਹਨਾਂ ਨੇ ਜਾਣ ਨਹੀਂ ਦੇਣਾ, ਉਸ ਦਰ ਤੇ ਬੈਠਣ ਨਹੀਂ ਦੇਣਾ। ਕਬੀਰ ਜਿਹਦਰ ਆਵਤ ਜਾਤੇ ਹੋ ਹਟਕੇ ਨਾ ਹੀ ਕੋਏ, ਸੋਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਬਸ ਜਿਹੜਾ ਉਸ ਦਰ ਤੇ ਬੈਠਦਾ ਹੈ ਤੇ ਦਰ ਖੁੱਲ ਜਾਂਦਾ, ਦਰ ਖੁੱਲ ਜਾਂਦਾ ਤੇ ਫਿਰ ਉਹ ਬੇਗਮਪੁਰਾ ਸ਼ਹਿਰ ਕੋ ਨਾਉ, ਉਹ ਸਟੇਜ ਆ ਜਾਂਦੀ ਹੈ ਭਾਈ। ਬੇਗਮਪੁਰਾ ਸ਼ਹਿਰ ਕੋ ਨਾਉ, ਉੱਥੇ ਜਿਹੜਾ ਹੈਗਾ ਦੁੱਖ ਅੰਦੋ ਨਹੀਂ ਤੇ ਠਾਉ, ਉਹ ਸਟੇਜ ਆ ਜਾਂਦੀ ਹੈ ਫਿਰ। ਕਬੀਰ ਜਿਹ ਦਰ ਆਵਤ ਜਾਤੇ ਹੋ ਹਟਕੇ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਕਹਿੰਦੇ ਐਸਾ ਦਰ ਆ, ਇਹਨੂੰ ਮੈਂ ਕਿਵੇਂ ਛੱਡ ਦੇਵਾਂ? ਇਹ ਤਾਂ ਇਹਦੇ ਨਾਲ ਤਾਂ ਮੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਜਿਹੜੀ ਹੈਗੀ ਆ ਇਹ ਘਟ ਰਹੇ ਆ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਜਦੋਂ ਮੈਨੂੰ ਆਤਮਾ ਤੱਤ ਦਾ ਦਰਵਾਜ਼ਾ ਪ੍ਰਾਪਤ ਹੋ ਗਿਆ ਤੇ ਮੈਨੂੰ ਤੇ ਕਿੱਦਾਂ ਛੱਡਦਾ? ਵੈਸੇ ਵੀ ਛੁੱਟਣਾ ਹੀ ਨਹੀਂ। ਹਾਂ, ਬਾਣੀ ਚੱਕ ਤੋਂ ਕੌਂਦੀ ਰਾਮ ਨਾਮ ਕੁਮਾਰੀ ਨਾਨਕਾ ਤੇ ਚੜੀ ਰਹੇ ਦਿਨ ਰਾਤ। ਜਦੋਂ ਤੁਹਾਡੇ ਮਨ ਨੂੰ 2-4 ਮਿੰਟ ਦੀ ਨਿਰਵਿਚਾਰ ਸਮਾਧੀ ਮਿਲ ਗਈ ਨਾ, ਇਹਨੇ ਤੁਹਾਨੂੰ ਪਾਗਲ ਹੀ ਕਰ ਦੇਣਾ। ਬਾਰ-ਬਾਰ ਕਹਿਣਾ ਚਲੋ ਬੈਠੋ ਧਿਆਨ ਸਿਮਰਨ ਚ, ਬਾਰ-ਬਾਰ ਠਾਈ ਜਾਣਾ ਤੁਹਾਨੂੰ ਇਹਨੇ, ਚਲ ਹੁਣ ਇਹ ਕਰ ਲਾ, ਹੁਣ ਇਹ ਬਹਿ ਜਾ, ਹੁਣ ਇਹ ਕਰ ਲਾ। ਕਿਉਂਕਿ ਇਹ ਬਹੁਤ ਲੰਮੇ ਸਮੇਂ ਤੋਂ ਇਸ ਖੋਜ ਵਿੱਚ ਲੱਗਿਆ। ਇਹ ਵਿਚਾਰਾ ਇਸ ਤੋਂ ਅੱਗੇ ਜਾ ਹੀ ਨਹੀਂ ਪਾ ਰਿਹਾ। ਮਨ ਵੈਸੇ ਵੀ ਤੁਹਾਡਾ ਬਹੁਤ ਜ਼ਬਰਦਸਤ ਚੀਜ਼ ਹੈ, ਬੜੀ ਸ਼ਕਤੀ ਹੈ। ਮਨ ਸਾਧੇ ਸਿੱਧ ਹੋਏ। ਮਨ ਨੂੰ ਕਨਵਿੰਸ ਕਰਨਾ ਤੁਹਾਡੀ ਬੁੱਧੀ ਨੇ। ਬੁੱਧੀ ਨੇ ਕਿੱਦਾਂ ਬਣਨਾ? ਉਹ ਤੁਹਾਨੂੰ ਭਗਤੀ ਕਰਨੀ ਪਊਗੀ, ਸੰਗਤ ਕਰਨੀ ਪਊਗੀ। ਹੌਲੀ ਹੌਲੀ ਕਰਕੇ ਜਦੋਂ ਬੁੱਧੀ ਤੁਹਾਡੀ ਵਿਵੇਕ ਚ ਪ੍ਰਗਟ ਹੋ ਗਈ, ਫਿਰ ਇਹਨੇ ਮਨ ਦੀ ਗੱਡੀ ਮੋੜ ਦੇਣੀ ਹੈ। ਫਿਰ
ਇਹਨੇ ਲੈਫਟ ਦੀ ਜਗ੍ਹਾ ਨੇ ਰਾਈਟ ਨੂੰ ਸਟੀਅਰਿੰਗ ਮੋੜ ਦੇਣਾ ਤੇ ਗਿਆਨ ਪ੍ਰਗਟ ਹੋ ਜਾਣਾ। ਕੋਈ ਮੁਸ਼ਕਲ ਕੰਮ ਨਹੀਂ, ਬਹੁਤ ਆਸਾਨ। ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਕਿੱਥੇ ਲਾਉਣਾ? ਭੀੜ ਚੋਂ ਪੁੱਟਣਾ। ਜਿੱਦਾਂ ਪਨੀਰੀ ਸੰਘਣੀ ਹੋ ਗਈ ਹੁੰਦੀ ਨਾ ਨਿੱਜਾ ਸਾਹਿਬ, ਤੇ ਉਹਨੂੰ ਪੁੱਟ ਕੇ ਕਿੱਥੇ ਲਾਇਆ? ਗੰਡਾ ਕੱਲਾ ਲਾ। ਇਹਨੇ ਸਵਾਲ ਕੀਤਾ ਸੀ ਬੁੱਲਾ ਸ਼ਾਹ, ਕਹਿੰਦੇ ਉਹ ਗੰਡੇ ਬੀਜਣ ਦੇ, ਪਤਾ ਨਹੀਂ ਕੋਈ ਚੀਜ਼ ਬੀਜ ਰਿਹਾ ਸੀ ਪਨੀਰੀ। ਹਾਂਜੀ ਹਾਂਜੀ। ਉਹ ਕਹਿੰਦੇ ਰੱਬ ਦਾ ਕੀ ਪਾਉਣਾ? ਕਹਿੰਦੇ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਨੂੰ। ਇਹਨੂੰ ਬਰਾਈਨ ਨੂੰ ਪੁੱਟ ਕੇ ਤੇ ਚੰਗਾਈ ਚ ਲਾ ਦੋ, ਬਸ ਰੱਬ ਦਾ ਪਾਉਣਾ ਆਪਣੇ ਆਪ ਹੀ ਤੁਹਾਡੇ ਕੋਲ ਰੱਬ ਨੇ ਆ ਜਾਣਾ। ਰੱਬ ਨੂੰ ਕੋਈ ਲੱਭਣ ਦੀ ਥੋੜੀ ਕੋਈ ਲੋੜ ਹੈ, ਉਹ ਬੰਦਾ ਥੋੜੀ ਹੈਗਾ। ਉਹ ਕਿਤੇ ਤੱਕ ਤੁਕਦਮ ਕਰਾਰੀ ਜੇ ਕਰੇ ਤੇ ਹਾਜ਼ਰਾ ਹਜ਼ੂਰ ਖੁਦਾ ਹੈ। ਉਹ ਜਿਹੜਾ ਲੋਕਾਂ ਨੇ ਸੱਤਵੇਂ ਅਸਮਾਨ ਚ ਦੱਸਿਆ ਨਾ, ਉੱਥੇ ਕੋਈ ਰੱਬ ਰੂਪ ਨਹੀਂ ਹੈਗਾ। ਜੇ ਹੈਗਾ ਤੇ ਕੋਈ ਬੰਦਾ ਹੀ ਹੋਊਗਾ। ਏਦਾਂ ਨਹੀਂ ਪ੍ਰਮਾਤਮਾ, ਉਹ ਤਾਂ ਹਰ ਜਗ੍ਹਾ ਤੇ ਹੈਗਾ ਵੀਰ ਜੀ। ਨਾ ਤਾਂ ਉਹ ਸੱਤਵੇਂ ਅਸਮਾਨ ਤੇ ਆ, ਨਾ ਉਹ ਬ੍ਰਿੰਦਾਵਨ ਆ, ਨਾ ਕਿਸੇ ਮੱਕੇ ਦੇ ਵਿੱਚ ਹੈਗਾ, ਨਾ ਕਿਤੇ ਅੰਮ੍ਰਿਤਸਰ ਦੇ ਵਿੱਚ ਹੈਗਾ। ਹਰੇਕ ਜਗ੍ਹਾ ਤੇ ਉਹ ਮਾਲਕ ਪਰਮਾਤਮਾ ਭਰਪੂਰ ਹੈਗਾ ਹਰੇਕ ਜਗ੍ਹਾ ਦੇ ਉੱਤੇ। ਬਸ ਪਰ ਨਿੱਜਰ ਸਾਹਿਬ ਜਿਹੜੇ ਬਾਣੀ ਨੂੰ ਪੜ੍ਹਦੇ ਹੋ ਪਰ ਏਦਾਂ ਤਾਂ ਨਹੀਂ ਨਾ ਕਹਿੰਦੇ। ਹਾਂ, ਗੱਲ ਤਾਂ ਇਹੀ ਹੈ ਜੀ ਵੀਰ ਜੀ। ਉਹ ਵਿਚਾਰੇ ਆਪਣੇ ਪਤਾ ਨਹੀਂ ਉਹ ਰੋਟੀ ਪਾਣੀ ਦੇ ਚੱਕਰ 'ਚ ਵੇਖੋ ਕਿੰਨੀ ਦੁਨੀਆ ਨੂੰ ਇੱਧਰ ਉੱਧਰ ਲਾ ਦਿੰਦੇ ਨੇ। ਚਲੋ ਉਹ ਵੀ ਪ੍ਰਕਿਰਤੀ ਦਾ ਕੋਈ ਹਿੱਸਾ ਹੋਵੇਗਾ, ਕਾਹਨੂੰ ਕਿਸੇ ਨੂੰ ਮਾੜਾ ਕਹਿਣਾ। ਉਹੀ ਆਪਣੀ ਜਗ੍ਹਾ ਠੀਕ ਨੇ। ਠੀਕ ਹੈ ਨਜਰ ਸਾਹਿਬ, ਅੱਗੇ ਚੱਲੀਏ। ਆਖਰੀ ਅੱਜ ਦਾ ਲਈਏ ਤੇ कबीर डूबा था पै उभरियो गुण की लहर झबक। देख लो भाई, कबीर जी कहते हैं मैं भी डुब रहा सीगा ਇਹ ਸੰਸਾਰ ਸਮੁੰਦਰ ਦੇ ਵਿੱਚ। ਮੈਂ ਵੀ ਡੁੱਬ ਰਿਹਾ ਸੀ, ਅਵਗੁਣ ਸੀਗੇ, ਮੈਂ ਵੀ ਉਸਤਾਦ ਕੀਤੇ ਸੀਗੇ ਪਹਿਲੋਂ। ਮੈਂ ਵੀ ਜਿਹੜਾ ਹੈਗਾ ਉਹਨਾਂ ਤੋਂ ਜਿਹੜਾ ਹੈਗਾ ਮੇਰੇ ਕੋਲੋਂ ਗੁਣ ਨਹੀਂ ਪ੍ਰਾਪਤ ਹੋ ਰਹੇ ਸੀਗੇ ਤੇ ਮੈਂ ਥੱਲੇ ਨੂੰ ਸਿੰਕ ਹੋਈ ਜਾ ਰਿਹਾ ਸੀ, ਡੁੱਬ ਰਿਹਾ ਸੀ ਸੰਸਾਰ ਸਮੁੰਦਰ ਦੇ ਵਿੱਚ। ਕਬੀਰ ਡੁੱਬਾ ਥਾ ਪੈ ਉਭਰਿਓ, ਮੈਂ ਉੱਭਰ ਗਿਆ ਭਾਈ। ਮੇਰਾ ਤਾਂ ਸਾਹ ਆ ਗਿਆ, ਮੈਂ ਤਾਂ ਲੰਮੇ ਸਾਹ ਲਏ ਬਾਹਰ ਆ ਕੇ, ਉੱਪਰ ਉੱਠ ਗਿਆ ਮੈਂ। ਕਿਵੇਂ? ਗੁਣ ਕੀ ਲਹਿਰ ਝਬਕ। ਕਹਿੰਦੇ ਐਸੀ ਗੁਣਾਂ ਦੀ ਲਹਿਰ ਆ ਗਈ। ਇਹ ਗੁਣਾਂ ਦੀ ਲਹਿਰ ਕਿੱਥੋਂ ਆ ਗਈ? ਬ੍ਰਹਮ ਗਿਆਨੀਆਂ ਤੋਂ। ਬ੍ਰਹਮ ਗਿਆਨ ਤੋਂ ਗੁਣਾਂ ਦੀ ਆਹੀ ਬ੍ਰਹਮ ਗਿਆਨ ਇਹੀ ਗੁਣਾਂ ਦੀ ਲਹਿਰ ਹੈਗੀ। ਇਹ ਨਹੀਂ ਆਪਾਂ ਨੂੰ ਉੱਪਰ ਕਰਨਾ ਹੈ। ਕਬੀਰ ਡੂਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਝਬਕ। ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹੋ ਫਰਕ। ਕਹਿੰਦੇ ਜਦ ਦੇਖਿਆ ਵੀ ਬੇੜਾ ਜਿਹੜਾ ਹੈਗਾ, ਜਿਹੜੇ ਬੇੜੇ 'ਚ ਮੈਂ ਬੈਠਾ ਆ, ਉਹਦੇ 'ਚ ਤਾਂ ਆਲਰੇਡੀ ਸੁਰਾਖ ਇੰਨੇ ਜ਼ਿਆਦਾ ਹੋਏ ਪਏ ਆ, ਉਹ ਤਾਂ ਆਲਰੇਡੀ ਡੁੱਬਣ ਵਾਲਾ ਹੀ ਹੈ। ਤੇ ਮੈਂ ਤਾਂ ਭਾਈ ਛਾਲ ਮਾਰ ਕੇ ਬੋਟ ਬਦਲ ਲਈ ਆਪਣੀ। ਹਾਂਜੀ ਵੀਰ ਜੀ, ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਦੇਖੋ ਇਹ ਚੀਜ਼ ਨੂੰ ਆਪ ਸਮਝੋ। ਸਾਧ ਸੰਗਤ ਜੀ ਤੇ ਫਿਰ ਬੜੀ ਕੰਮ ਦੀ ਗੱਲ ਕਰਦੇ। ਉਹ ਕਹਿੰਦੇ ਕਿ ਜ਼ਿੰਦਗੀ 'ਚ ਤੋਤਾ ਗਿਆਨ ਦਾ ਕੋਈ ਫਾਇਦਾ ਨਹੀਂ ਹੁੰਦਾ। ਤੇ ਜੇ ਕਿਸੇ ਮਨੁੱਖ ਕੋ ਤੋਤਾ ਗਿਆਨ ਹੈਗਾ, ਤੁਸੀਂ ਉਹਦੇ ਲਾਗੇ 50 ਸਾਲ ਕੀ 100 ਸਾਲ ਬਹਿ ਕੇ ਵੇਖ ਲਓ, ਤੁਹਾਨੂੰ ਕਿਸੇ ਵੀ ਔਗਣ ਤੋਂ ਪ੍ਰਾਪਤੀ ਨਹੀਂ ਹੋਣੀ, ਮੁਕਤੀ ਨਹੀਂ ਹੋ ਸਕਦੀ। ਔਗਣ ਤੋਂ ਜਿਹੜੀ ਮੁਕਤੀ ਹੈ, ਜਿਹੜੀ ਔਗਣਾਂ ਤੋਂ ਛੁਟਕਾਰਾ ਹੋਣਾ ਹੈ, ਉਹਦੇ ਲਈ ਤੁਹਾਡਾ ਆਪਣਾ ਗਿਆਨ ਹੀ ਕੰਮ ਆਊਗਾ। ਉਹ ਕਹਿੰਦੇ ਕਿ ਮੈਂ ਸਮਾਂ ਆਪਣਾ ਵੇਖਿਆ, ਇਸ ਕਾਫੀ ਸਮਾਂ ਵੇਖ ਲਿਆ ਸੀ, ਕੋਈ ਪ੍ਰੋਗਰੈਸ ਨਹੀਂ ਹੋਈ। ਤੇ ਫਿਰ ਮੈਂ ਕੀਤਾ, ਉਹ ਬੇੜੇ ਤੋਂ ਉਤਰ ਗਿਆ, ਮੈਂ ਆਪਣੇ ਮਾਰਗ ਤੇ ਚੱਲ ਪਿਆ। ਤੇ ਜਦੋਂ ਆਪਾਂ ਇਹ ਸੋਚ ਕੇ ਚੱਲਦੇ ਹਾਂ, ਤਾਂ ਕਈ ਲੋਕੀ ਵੇਖੋ, ਕਈ ਬਾਣੀ ਚ ਫਿਰ ਤੁਕ ਆਉਂਦੀ, ਇਕੱਲੀਆਂ ਸੀ ਚੰਗੀਆਂ ਚਾਰੀ ਬੁਰੀਆਂ, ਕੇਵਲ ਤੁਕਾਂ ਦੀ ਗਿਆਨ ਕੋਈ ਨਾ ਕੋਈ ਹੈਗਾ ਹੈ। ਤੋਤਾ ਜਿੱਦਾਂ ਰਟਨ ਨਹੀਂ ਕਰਦਾ, ਤੋਤੇ ਨੂੰ ਵੇਖੋ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਜੋ ਮਰਜ਼ੀ ਪੜ੍ਹਾ ਲਓ, ਪਰ ਉਹ ਤੋਤੇ ਦੀ ਆਪਣੀ ਭਾਸ਼ਾ ਥੋੜ੍ਹੀ ਹੈ। ਇਸੇ ਹੀ ਤਰ੍ਹਾਂ ਦੇ ਮਨੁੱਖ ਹੁੰਦੇ ਨੇ, ਉਹ ਵੀ ਤੋਤੇ ਵਾਂਗੂ ਗਿਆਨ ਦਾ ਰਟਨ ਕਰ ਲੈਂਦੇ ਆ, ਪਰ ਅਸਲੀ ਜੀਵਨ ਉਹਨਾਂ ਦਾ ਬਹੁਤ ਫਿੱਕਾ ਹੁੰਦਾ ਹੈ। ਉਹ ਵੱਖਰੀ ਗੱਲ ਹੈ। ਆਪਾਂ ਅੱਖਾਂ ਬੰਦ ਕਰਕੇ ਆਪਣੀ ਬੁੱਧੀ ਦਾ ਨਹੀਂ ਸੁਣਦੇ ਤੇ ਆਪਾਂ ਅੰਧ ਵਿਸ਼ਵਾਸ ਕਰਦੇ ਹਾਂ। ਦੇਖੋ ਹੁਣ ਜੋਤਸ਼ੀ ਲੋਕ ਕਿੰਨੀਆਂ ਗੱਪਾਂ ਮਾਰੀ ਜਾਂਦੇ ਆ। ਇਹ ਲੋਕਾਂ ਦਾ ਭਵਿੱਖ ਦੱਸਦੇ ਆ, ਤੇ ਜਦ ਕਿ ਇਹਨਾਂ ਨੂੰ ਆਪਣੇ ਬਾਰੇ ਇਹਨਾਂ ਨੂੰ ਕੁਛ ਵੀ ਨਹੀਂ ਪਤਾ। ਇਹਨਾਂ ਦਾ ਤੇ ਇਹਨਾਂ ਨੂੰ ਆਪਣੇ ਭਵਿੱਖ ਦਾ ਗਿਆਨ ਹੋਵੇ, ਇਹਨਾਂ ਨੂੰ ਕੋਈ ਲੋੜ ਪਈ ਹੱਥ ਵੇਖਣ ਦੀ। ਇਹ ਜਿਹੜੇ ਤੁਹਾਨੂੰ ਕਹਿੰਦੇ ਆ ਕਿ ਤੁਹਾਡਾ ਰਾਜਯੋਗ ਬਣਾ ਦਿੰਦੇ, ਤੁਹਾਡੇ ਮੁੰਦਰੀਆਂ ਪਾ ਦਿੰਦੇ ਆ, ਤੇ ਉਹ ਮੁੰਦਰੀਆਂ ਖੁਦ ਕੋ ਨਹੀਂ ਪਾ ਕੇ ਸੁਖੀ ਹੋ ਜਾਂਦੇ। ਨਿੱਜਾ ਸਾਹਿਬ ਬਿਲਕੁਲ। ਅਗਲਾ ਫਿਰ ਗੋਰਖੀ ਸਾਹਿਬ ਅਗਲਾ ਸ਼ਲੋਕ ਲੈਣਾ ਪਊਗਾ ਆਪਾਂ ਨੂੰ।
ਇੱਥੇ ਮੈਂ ਤੁਹਾਨੂੰ ਦੱਸਦਾ, ਮੇਰੀ ਗਲੀ 'ਚ ਹੈਗੇ ਨੇ ਵਾਧੂ ਬਾਬੇ, ਪਤਾ ਨਹੀਂ, ਮੈਂ ਹੈਰਾਨ ਹੁੰਦਾ ਵਾ ਕਿੱਦਾਂ ਭੀੜ ਪਿੱਛੇ ਲੱਗੀ ਆ। ਔਰ ਇਹ ਲੋਕ ਵੇਖੋ ਇੰਨੀ ਅਨਪੜ੍ਹਤਾ ਹੈ। ਜਿਹੜੇ ਬੰਦੇ ਦਾ ਆਪਣਾ ਜੀਵਨ ਨਹੀਂ ਸੁਧਰਿਆ, ਉਹ ਤੁਹਾਨੂੰ ਕਹਿੰਦਾ ਮੈਂ ਤੁਹਾਡਾ ਸੁਧਾਰ ਦਿੰਦਾ, ਤੇ ਕਿੱਥੋਂ ਗੱਲ ਬਣੂ? ਇਹ ਤੇ ਆਪਣੇ ਆਪ ਨੂੰ ਧੋਖਾ ਦੇਣਾ। ਪਰ ਬੰਦਾ ਐਸੀ ਝੂਠੇ ਬਾਈ 'ਚ ਬਹੁਤ ਖੁਸ਼ ਰਹਿੰਦਾ, ਬਹੁਤ ਲਾਈਕ ਕਰਦਾ ਹੈ। ਵਾਧੂ ਹੈਗੇ ਬਾਬੇ ਏਦਾਂ ਦੇ, ਹਨਾ? ਸਾਡੇ ਆਂਢ ਗੁਆਂਢ ਵੀ ਹੋਣੇ ਆ, ਬਾਹਰ ਦੇ ਮੁਲਕ 'ਚ ਹੋਣੇ ਲੋਕੀ। ਬਿਲਕੁਲ। ਹਾਂਜੀ ਨਿਜਾ ਸਾਹਿਬ, ਅਗਲਾ ਸ਼ਲੋਕ ਆ ਗਿਆ, ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਕਹਿੰਦੇ ਪਾਪੀ ਬੰਦਾ ਜਿਹੜਾ ਹੈਗਾ ਉਹਨੂੰ ਭਗਤੀ ਨਹੀਂ ਚੰਗੀ ਲੱਗਦੀ ਭਾਈ, ਔਰ ਪਰਮਾਤਮਾ ਦੀ ਪੂਜਾ ਜਿਹੜੀ ਹੈਗੀ ਆ ਨਹੀਂ ਕਰ ਸਕਦਾ। ਇਹ ਭਗਤੀ ਜਿਹੜੀ ਹੈਗੀ ਪ੍ਰੇਮਾ ਭਗਤੀ ਨਹੀਂ ਕਰ ਸਕਦਾ ਉਹ। ਕਿਉਂ? ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਮੱਖੀ ਜਿਹੜੀ ਜਿਸ ਤਰ੍ਹਾਂ ਹੁੰਦੀ ਆ, ਉਹਨੂੰ ਚੰਦਨ ਤੇ ਨਹੀਂ ਜਾ ਕੇ ਬੈਠੂਗੀ, ਉਹ ਬੈਠੂਗੀ ਦੁਰਗੰਧ ਦੇ ਵਿੱਚ। ਜਿੱਥੇ ਦੁਰਗੰਧ ਹੈਗੀ ਉੱਥੇ ਜਾਂਦੀ ਆ ਮੱਖੀ। ਤੇ ਇਸ ਤੋਂ ਅੱਗੇ ਜਿਹੜਾ ਹੈਗਾ, ਜਿਹਦੀ ਮੈਂ ਗੱਲ ਕਰ ਰਿਹਾ ਸੀਗਾ, ਕਬੀਰ ਵੈਦ ਮੂਆ, ਰੋਗੀ ਮੂਆ, ਮੂਆ ਸਭ ਸੰਸਾਰ। ਹੁਣ ਇਹ ਵੈਦ ਜਿਹੜੇ ਹੈਗੇ, ਦੁਨੀਆ ਦੇ ਜਿਹੜੇ ਡਾਕਟਰ ਬਣੇ ਹੋਏ ਆ, ਸੋ ਕਾਲਡ, ਕਹਿੰਦੇ ਭਾਈ ਇਹ ਵੀ ਡੁੱਬ ਜਾਂਦੇ ਆ। ਇਹਨਾਂ ਦੇ ਜਿਹੜੇ ਹੈਗੇ ਰੋਗੀ, ਜਿਹੜੇ ਇਹਨਾਂ ਦੀ ਜਿਨ੍ਹਾਂ ਦਾ ਇਲਾਜ ਕਰਦੇ ਆ, ਉਹ ਵੀ ਵਿਚਾਰੇ ਡੁੱਬ ਜਾਂਦੇ ਆ। ਇਸ ਤਰੀਕੇ ਦੇ ਨਾਲ ਸੰਸਾਰ ਜਿਹੜਾ ਹੈਗਾ, ਗਲਤ ਜਿਹੜੇ ਹੈਗੇ ਆ, ਇਹ ਸੋ ਕਾਲਡ ਜਿਹੜੇ ਹੈਗੇ ਆ, ਇਹ ਬਾਬਿਆਂ ਦੇ ਕੋਲ, ਗਿਆਨੀਆਂ ਦੇ ਕੋਲ, ਜਿਹੜੇ ਸਿਰਫ ਗਿਆਨ ਘੋਟਦੇ ਆ, ਕਹਿੰਦੇ ਉਹਨਾਂ ਦਾ ਪ੍ਰਯੋਜਨ ਕੁਛ ਹੁੰਦਾ ਹੈ। ਕਹਿੰਦੇ ਸਾਰਾ ਸੰਸਾਰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ, ਇਹ ਆਪਣੀ ਮਨੁੱਖ ਜੂਨ ਜਿਹੜੀ ਹੈਗੀ ਗਵਾ ਕੇ ਚਲੇ ਜਾਂਦਾ ਹੈ। ਏਕ ਕਬੀਰਾ ਨਾਮ ਹੁਆ, ਜਿਹ ਨਾਹੀ ਰੋਵਣ ਹਾਰ। ਕਬੀਰ ਜੀ ਕਹਿੰਦੇ ਸਿਰਫ ਇੱਕ ਇਨਸਾਨ ਜਿਹੜਾ ਹੈਗਾ, ਜਿਹਨੇ ਆਪਣੇ ਅੰਦਰ ਵੜਿਆ, ਜਿਹਨੇ ਆਪਣੇ ਮਨ ਨੂੰ ਜਿਹੜਾ ਹੈਗਾ ਦੇਖਿਆ, ਜਿਹਨੇ ਆਪਣੇ ਮਨ ਨੂੰ ਰੋਕਿਆ, ਜਿਹਨੇ ਆਪਣੀਆਂ ਇੰਦਰੀਆਂ, ਸਾਰੀਆਂ ਇੰਦਰੀਆਂ ਦੇ ਉੱਤੇ ਕੰਟਰੋਲ ਕਰ ਲਿਆ। ਕੋਈ ਵੀ ਇੰਦਰੀ ਜਿਹੜੀ ਹੈਗੀ ਉਹ ਪਦਾਰਥਾਂ ਦੇ ਵੱਲ ਨੂੰ ਨਹੀਂ ਜਾਂਦੀ। ਕੋਈ ਰੋਂਦੀ ਨਹੀਂ ਆ, ਆਹ ਚਾਹੀਦਾ ਮੈਨੂੰ, ਆਹ ਚਾਹੀਦਾ, ਆਹ ਸਵਾਦ ਚਾਹੀਦਾ, ਆਹ ਚਾਹੀਦਾ। ਕਹਿੰਦੇ ਉਹ ਨਹੀਂ ਮਰਦਾ ਭਾਈ, ਉਹ ਨਹੀਂ ਮਰਦਾ। ਉਹ ਜਿਹੜਾ ਹੈਗਾ ਜੀਵਨ ਯਾਤਰਾ ਸਫਲ ਕਰਕੇ ਚਲੇ ਜਾਂਦਾ ਹੈ। ਇਹ ਕਬੀਰਾ ਨਾਮ ਹੁਆ, ਜੇ ਨਾ ਹੀ ਰੋਵਣ ਹਾਰ। ਹਾਂਜੀ ਵੀਰ ਜੀ, ਇਹ ਵੈਦ ਵੀ ਮਰ ਜਾਂਦੇ, ਰੋਗੀ ਵੀ ਮਰ ਜਾਂਦੇ, ਦੋਨੋਂ। ਵੈਦ ਦਾ ਮਤਲਬ ਹੈਗਾ ਜਿਹੜੇ ਇੱਥੇ ਬਾਬੇ ਬਣ ਕੇ ਬੈਠੇ ਆ। ਬਿਲਕੁਲ। ਤੇ ਰੋਗੀ ਕਿਹੜੇ ਆ? ਚੇਲੇ। ਮਨ ਦੇ ਰੋਗੀ। ਅਸੀਂ ਬਿਮਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਇਹਦਾ ਇਲਾਜ ਕਰਦੇ ਫਿਰਦੇ ਨਾ ਵੈਦ, ਉਹ ਵਿਚਾਰੇ ਤੇ ਆਪ ਬਿਮਾਰ ਨੇ। ਤੇ ਜਿਹੜੇ ਖੁਦ ਬਿਮਾਰ ਨੇ, ਤੁਹਾਡਾ ਇਲਾਜ ਕਿੱਥੋਂ ਕਰਨਗੇ? ਫਿਰ ਉਹ ਕਹਿੰਦੇ ਨੇ ਕਿ ਕਬੀਰ, ਅਗਲੇ ਬੰਨੇ ਤੁਕ ਚ ਵੇਖੋ, ਕਹਿੰਦੇ ਕਬੀਰ ਨਾ ਮੂਆ, ਜੇ ਨਾ ਹੀ ਰੋਵਣ ਹਾਰ, ਨਾ ਹੀ ਰੋਵਣ ਹਾਰ। ਕਹਿੰਦੇ ਕੋਈ ਮੇਰੀ ਗਿਆਨ ਇੰਦਰੀ ਜਿਹੜੀ ਹੈਗੀ, ਜਿਹੜੀ ਉਸ ਇਨਸਾਨ ਦੀ ਜਿਹੜਾ ਅੰਦਰ ਧਿਆਨ ਸੀ, ਮੈਂ ਜਿਹਨੇ ਆਪਣੇ ਮਨ ਨੂੰ ਕੰਟਰੋਲ ਕਰ ਲਿਆ, ਜਿਹਦੀ ਕੋਈ ਇੰਦਰੀ ਰੋਂਦੀ ਨਹੀਂ ਆ। ਰੋਂਦਾ ਕੌਣ? ਬੱਚਾ ਕਿਵੇਂ ਰੋਂਦਾ ਹੈ? ਆਹ ਚਾਹੀਦਾ, ਉਹ ਚਾਹੀਦਾ, ਆਹ ਚਾਹੀਦਾ। ਬੱਚੇ ਦਾ ਰੋਣਾ ਤਾਂ ਆਹੀ ਆ। ਕਹਿੰਦੇ ਜਿਹਦਾ ਕੋਈ ਰੋਣ ਵਾਲਾ ਨਹੀਂ ਹੈ, ਕੋਈ ਸਾਰੀਆਂ ਇੰਦਰੀਆਂ ਤੇ ਕੰਟਰੋਲ ਆ ਗਿਆ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਬੰਦਾ ਮੁਕਤ ਹੋ ਗਿਆ। ਹਾਂ। ਤੇ ਜਿੱਦਾਂ ਉਹ ਕਹਿੰਦੇ ਨਾ ਕਿ ਉਹ ਕਹਾਵਤ ਹੈਗੀ ਇੱਕ, ਉਹ ਕਹਿੰਦੇ ਆ ਕਿ ਦੁਨੀਆ ਦੇ ਉੱਪਰ ਨਾ, ਜਿਹੜੇ ਆਪਣੇ ਇੰਡੀਆ ਦੇ ਗ੍ਰੰਥ ਆ ਨਾ, ਪਹਿਲਾਂ ਜਿਹੜੇ ਸੰਤ ਹੁੰਦੇ ਸੀ ਨਾ, ਉਹ ਭੁੱਖੇ ਰਹਿੰਦੇ ਹੁੰਦੇ ਸੀ, ਘੱਟ ਖਾਂਦੇ ਸੀ। ਕਹਿੰਦਾ ਕਿ 95% ਜਿਹੜੀ ਦੁਨੀਆ ਤੇ ਬਿਮਾਰੀ ਹੈਗੀ ਹੈ, ਕੇਵਲ ਲੋੜ ਤੋਂ ਜ਼ਿਆਦਾ ਖਾਣ ਕਰਕੇ ਹੈ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਤੁਸੀਂ ਆਪਣਾ ਰਾਸ਼ਨ ਅੱਧਾ ਕਰ ਦਿਓ ਜੀ, ਤੁਸੀਂ ਅੱਜ ਹੀ ਸਹੀ ਹੋ ਜਾਓਗੇ। ਜਾਓ, ਯਕੀਨ ਨਹੀਂ ਆਉਂਦਾ ਤਾਂ ਕਰਕੇ ਵੇਖ ਲਓ। 1 ਮਹੀਨਾ ਅੱਧਾ ਰਾਸ਼ਨ ਖਾ ਲਓ, 2 ਰੋਟੀਆਂ ਦੀ ਜਗ੍ਹਾ 1 ਕਰ ਦਿਓ, 1 ਤੇ ਅੱਧੀ ਕਰ ਲਓ। ਜਾਓ, 1 ਮਹੀਨਾ ਕਰਕੇ ਵੇਖ ਲਓ, ਤੁਹਾਡੀਆਂ 80-90% ਬਿਮਾਰੀਆਂ ਖਤਮ ਹੋ ਜਾਣ। ਕੇਵਲ ਲੋੜ ਤੋਂ ਜ਼ਿਆਦਾ ਰਾਸ਼ਨ ਪਾ ਰਹੇ ਆ, ਮਸ਼ੀਨ ਵਿਚਾਰੀ ਨੂੰ ਰੈਸਟ ਹੀ ਨਹੀਂ ਮਿਲਦੀ, ਇਸ ਕਰਕੇ ਬਿਮਾਰ ਹੈ। ਇਸੇ ਕਰਕੇ ਕਬੀਰ ਜੀ ਵੀ ਕਹਿੰਦੇ ਨੇ ਕਿ ਬਈ ਪਹਿਲਾਂ ਆਪਣੇ ਆਪ ਨੂੰ ਤੰਦਰੁਸਤ ਕਰ ਲਾ। ਢਿੱਡ ਤੇਰਾ ਚਾਟੀ ਦਾ ਢਿੱਡ ਆਪਣਾ ਵਾ, ਤੇ ਲੋਕਾਂ ਨੂੰ ਕਹਿੰਦਾ ਤੂੰ ਐਕਸਰਸਾਈਜ਼ ਕਰ, ਤੇ ਗੱਲ ਬਣਦੀ ਨਹੀਂ ਹੈ। ਨਿਜਾ ਸਾਹਿਬ, ਬਿਲਕੁਲ। 10ਵੀਂ ਪਾਤਸ਼ਾਹੀ ਵੀ ਕਹਿੰਦੀ ਹੈ, ਅਲਪਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਉਹ ਵੀ ਅਲਪਹਾਰ ਕਹਿ ਰਹੇ, ਨੀਂਦ ਵੀ ਘੱਟ ਜਾਏਗੀ। ਹਾਂ, ਘੱਟ ਕਰੋ।
ਨੀਂਦ ਤੇ ਵੈਸੇ ਭਗਤੀ ਨਾਲ ਘਟ ਜਾਣੀ ਹੈ, ਬਿਲਕੁਲ ਕਿਉਂਕਿ ਉਹ ਜਿਹੜੀ ਤੁਹਾਡੇ ਮਨ ਦੀ ਸੰਤੁਸ਼ਟੀ ਹੈ ਉਹ ਥੋੜੇ ਸੌਣ ਨਾਲ ਹੀ ਪੂਰੀ ਹੋ ਜਾਣੀ, ਜ਼ਿਆਦਾ ਸੌਣ ਦੀ ਲੋੜ ਨਹੀਂ। ਠੀਕ ਹੈ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਹਾਂਜੀ ਠੀਕ ਹੈ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਕਰੀਮ ਨਵਾਜ਼ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ। ਹਾਂਜੀ, ਇੱਕ ਨਾ ਬੀਬੀ ਦੀ ਅਰਦਾਸ ਕਰਨੀ ਸੀ, ਉਹਦੀ ਤੰਦਰੁਸਤ ਹੋ ਗਈ ਹੈ, ਸ਼ੁਕਰਾਨੇ ਵਜੋਂ ਅਰਦਾਸ ਕਰਾ ਰਹੀ ਸੀ ਬੀਬੀ। ਹਾਂਜੀ ਠੀਕ ਹੈ ਜੀ। ਇੱਕ ਹੋਰ ਵੀ ਏਦਾਂ ਦੀ ਆਈ। ਨੂੰ ਅੱਜ ਮਿਹਰ ਕਰੋ ਆਪ ਜਾਨੀ ਜਾਣ ਜੋ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਨੇ, ਦਾਨ ਬੱਚੇ ਸੁਣ ਕੇ ਮਾਫ਼ ਕਰੋ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਮੇਰੇ ਮਾਲਿਕ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ। ਮੇਰੇ ਪਿਤਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਤੇ ਇਹਨੂੰ ਰੋਕਤਾ ਤੰਦਰੁਸਤੀ ਬਖਸ਼ਣੀ, ਹਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਮੇਰੇ ਪਿਤਾ 2 ਅਰਦਾਸਾਂ ਆਈਆਂ ਨੇ, ਅਰਦਾਸਾਂ ਸਫਲ ਹੋਈਆਂ, ਉਹਨਾਂ ਦਾ ਜੀਵਨ ਸੌਖਾ ਹੋ ਗਿਆ, ਦੇਹ ਨਿਰੋਗਤਾ ਮਿਲ ਗਈ ਹੈ। ਆਪ ਜੀ ਦਾ ਧੰਨਵਾਦੀ ਲਈ, ਸ਼ੁਕਰਾਨੇ ਲਈ ਅਰਦਾਸ ਕਰਾਉਂਦੇ ਨੇ ਮੇਰੇ ਪਿਤਾ। ਅਸੀਂ ਆਪ ਜੀ ਦਾ ਬਹੁਤ ਧੰਨਵਾਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਾਂ ਸੰਗੀਤ ਦੀ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।